ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਸੁਨਹੁ ਆਰ ਬਲ ਬਿਤੇ ਜੇ ਹੋਤੇ, ਅਰਧ ਜਾਨ ਨਿੰਦਰਾ ਬਸ ਸੋਤੇ। ਬਾਲਕ ਮੁਗਧ ਬੁੱਧ ਮਹਿ ਕੇਤੀ, ਸੁਧ ਬਹੀਨ ਬੀਤਹਿ ਸਭ ਤੇਤੀ। ਸੁਨਹੁ ਆਰ ਬਲ ਬਿਤੇ ਜੇ ਹੋਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਰੂਪ ਬਖਸ਼ਿਸ਼ਾਂ ਕਰ ਰਹੇ ਹਨ। ਜਿਸ ਭਗਤੀ ਮਾਰਗ ਦਾ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਕਲਯੁਗ ਦੇ ਸਮੇਂ ਵਿੱਚ ਜੀਵਾਂ ਦੇ ਕਲਿਆਣ ਹਿਤ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਿਹਰਬਾਨ ਸਤਿਗੁਰੂ ਜੀ ਕਿਰਪਾ ਕਰਦੇ ਹਨ। ਜੋ ਪ੍ਰਾਤਨ ਭਗਤਾਂ ਨੇ ਸਰੀਰ ਵਿੱਚ, ਮਨੁੱਖਾ ਦੇਹ ਵਿੱਚ ਆ ਕੇ ਭਗਤੀ ਕੀਤੀ ਹੈ, ਪਰ ਭਗਤੀ ਕਰਨ ਤੋਂ ਉਪਰੰਤ ਉਹਨਾਂ ਮੋਕਸ਼ ਪ੍ਰਾਪਤ ਹੋਈ ਹੈ, ਮੁਕਤ ਹੋਏ ਹਨ। ਤੇ ਆਮ ਪ੍ਰਾਣੀ ਸੋਚਦਾ ਜੀ ਵੀ ਜਿਹੜੇ ਇਹ ਭਗਤ ਲੋਕ ਭਗਤੀ ਕਰ ਜਾਂਦੇ ਨੇ, ਸੰਸਾਰੀ ਲੋਕ ਸੰਸਾਰੀ ਜੀਵਨ ਕਰ ਜਾਂਦੇ ਨੇ, ਗੁਰਮੁਖ ਗੁਰਮੁਖਤਾਈ, ਮਨਮੁਖ ਮਨਮੁਖਤਾਈ ਕਰ ਜਾਂਦੇ, ਦੁਨੀਆ ਤੋਂ ਮਰ ਗਏ ਤੇ ਕੀ ਹੋ ਗਿਆ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਇਸ ਮਨੁੱਖ ਸਰੀਰ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਬੰਦਗੀ ਕੀਤੀ ਹੈ, ਕਮਾਈ ਕੀਤੀ ਹੈ, ਭਗਤੀ ਕੀਤੀ ਹੈ। ਉਹਨਾਂ ਭਗਤਾਂ ਦੀ ਜੋ ਮੁਕਤ ਅਵਸਥਾ ਹੈ ਉਹਦਾ ਜ਼ਿਕਰ ਹੋ ਰਿਹਾ ਹੈ ਕਿ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਦਰਸਾਇਆ ਹੈ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚਖੰਡ ਦੀ ਯਾਤਰਾ ਤੇ ਜਾ ਰਹੇ ਨੇ ਸਰੀਰ ਲੈ ਕੇ। ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ ਸਮੇਰ ਪਰਬਤ ਤੇ ਸਿੱਧਾਂ ਨਾਲ ਗੋਸ਼ਟ, ਤੇ ਇਸ ਤੋਂ ਉਪਰੰਤ ਦੱਤਾਤਰੇय ਸੀ
ਸੰਨਿਆਸੀ ਜਿਹਨੇ ਸੰਨਿਆਸ ਮਾਰਗ ਚਲਾਇਆ ਉਹਦਾ ਦੱਸਿਆ ਲੋਕ ਹੈ। ਉਸ ਤੋਂ ਅੱਗੇ ਕਾਗ ਪਸੁੰਡ ਦਾ ਦੱਸਿਆ ਹੈ। ਕਾਗ ਪਸੁੰਡ ਤੋਂ ਅੱਗੇ ਹੁਣ ਪ੍ਰਹਲਾਦ ਭਗਤ ਦਾ ਲੋਕ ਦੱਸ ਰਹੇ ਨੇ ਕਿ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਵਰ ਦੇ ਸੱਚਖੰਡ ਦੀ ਹਜ਼ੂਰੀ ਵਿੱਚ ਜਿੱਥੇ ਦੱਸਿਆ ਹੈ ਕਿ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਕਈ ਲੋਕਾਂ ਦੇ ਭਗਤ ਉੱਥੇ ਵਸਦੇ ਨੇ। ਤੋ ਪ੍ਰਹਲਾਦ ਜੀ ਦਾ ਜ਼ਿਕਰ ਜਿਹੜਾ ਹੈ ਉਹ ਆ ਰਿਹਾ ਹੈ ਤੇ ਕਵੀ ਜੀ ਪ੍ਰਹਲਾਦ ਜੀ ਦੀ ਜ਼ੁਬਾਨੀ ਉਸ ਦੀ ਕਥਾ ਜਿਹੜੀ ਹੈ ਉਹ ਸੁਣਾ ਰਹੇ ਨੇ ਤੇ ਦਰਸਾਇਆ ਹੈ ਕਿ ਜਿਸ ਵੇਲੇ ਪ੍ਰਹਲਾਦ ਬਾਲਕ ਜਿਹੜਾ ਹੈ ਪਿਤਾ ਨੇ ਸੋਚਿਆ ਵੀ ਇਹਨੂੰ ਹੁਣ ਸੋ ਵਿਦਿਆ ਪੜ੍ਹਾਈਏ। ਪ੍ਰੋਹਤ ਸ਼ੁਕਰ ਦਾ ਆਸ਼ਰਮ ਸੀ, ਉਸ ਦੇ ਪੁੱਤਰ ਵਿਦਿਆ ਪੜ੍ਹਾਉਂਦੇ ਸਨ ਸੰਡਾ ਤੇ ਮਰਕਾ। ਉਹਨਾਂ ਦੇ ਹਵਾਲੇ ਕੀਤਾ ਕਿ ਬੱਚੇ ਨੂੰ ਰਾਜਨੀਤੀ ਪੜ੍ਹਾਓ, ਮੈਂ ਰਾਜ ਕਰਦਾ, ਮੇਰਾ ਪੁੱਤਰ ਵੀ ਰਾਜ ਕਰੇ। ਰਾਜਨੀਤੀ ਪੜ੍ਹਾਉਣ ਵਾਸਤੇ ਕਿਹਾ। ਕੁਝ ਸਮੇਂ ਤੋਂ ਬਾਅਦ ਜਿਸ ਵੇਲੇ ਪਿਤਾ ਨੇ ਪੁੱਛਿਆ ਕਿ ਤੂੰ ਕੀ ਪਾਠ ਪੜ੍ਹਿਆ ਤੇ ਇਸ ਨੇ ਪਿਓ ਨੂੰ ਕਿਹਾ ਕਿ ਪਿਤਾ ਜੀ ਸੰਸਾਰ ਜਿਹੜਾ ਅੰਨਾ ਖੂਹ ਹੈ, ਇਹਦੇ ਵਿੱਚ ਪਿਆ ਬੰਦਾ ਨਿਕਲਦਾ ਨਹੀਂ, ਜਨਮਨ 'ਚ ਪਿਆ ਰਹਿੰਦਾ ਹੈ। ਇਸ ਲਈ ਚਾਹੀਦਾ ਹੈ ਕਿ ਘਰ-ਬਾਰ ਛੱਡੋ, ਤਿਆਗੀ ਬਣ ਕਰਕੇ ਇਕਾਂਤਵਾਸ ਕਰੋ, ਪਰਮੇਸ਼ਵਰ ਦੀ ਭਗਤੀ ਕਰੋ, ਵਿਸ਼ਨੂੰ ਮਹਾਰਾਜ ਨੂੰ ਯਾਦ ਕਰੋ ਤੇ ਜੀਵਨ ਸਫਲ ਹੋ ਜਾਊਗਾ। ਹੁਣ ਵਿਸ਼ਨੂੰ ਦੇ ਨਾਲ ਇਹਦੀ ਦੁਸ਼ਮਣੀ ਸੀ ਕਿ ਮੇਰੇ ਭਰਾ ਨੂੰ ਉਹਨੇ ਮਾਰਿਆ ਹੈ ਬਰਾ ਅਵਤਾਰ ਧਾਰਨ ਕਰਕੇ। ਇਸ ਲਈ ਸੋ ਬੜਾ ਗੁੱਸਾ ਕ੍ਰੋਧ ਆਇਆ ਤੇ ਉਸ ਨੇ ਸੋ ਸੰਡਾ ਮਰਕਾ ਜਿਹੜੇ ਉਸਤਾਦ ਸੀ ਉਹਨਾਂ ਨੂੰ ਬੜਾ ਝਿੜਕਿਆ ਕਿ ਮੇਰੇ ਬੱਚੇ ਨੂੰ ਕੀ ਪੁੱਠੀ ਵਿਦਿਆ ਪੜ੍ਹਾਤੀ ਤੁਸੀਂ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਡਾ ਕੋਈ ਕਸੂਰ ਨਹੀਂ, ਨਾ ਆਸ਼ਰਮ ਵਿੱਚ ਹੋਰ ਕੋਈ ਆਇਆ ਹੈ ਇਹਨਾਂ ਨੂੰ ਪੜ੍ਹਾਉਣ ਤੇ ਨਾ ਅਸੀਂ ਇਹ ਕੁਛ ਪੜ੍ਹਾਇਆ। ਇਸ ਬੱਚੇ ਦੀ ਜਿਹੜੀ ਹੈ ਇਹ ਸੁਤੇ ਸਿੱਧ ਸੋਚ ਇਹੋ ਜਿਹੀ ਹੈ। ਬੜਾ ਇਸ ਪ੍ਰਕਾਰ ਲਾਲ ਪੀਲਾ ਹੋਇਆ ਇਸ ਤਰੀਕੇ ਦੇ ਨਾਲ। ਸੋ ਗੋਦੀ 'ਚ ਬਿਠਾਇਆ ਸੀ, ਚੁੱਕ ਕੇ ਦੂਰ ਮਾਰਿਆ, ਕਹਿੰਦਾ ਮੇਰਾ ਦੁਸ਼ਮਣਾ ਫੜ ਕੇ ਮਾਰ ਦਿਓ। ਕਹਿੰਦੇ ਵੀ ਜਿਹੜੇ ਉਸ ਵੇਲੇ ਸੂਰਮੇ ਕੋਲ ਸੀ ਹਥਿਆਰਾਂ ਸਹਿਤ, ਸਭਨਾਂ ਨੇ ਵਾਰ ਕੀਤੇ, ਤਲਵਾਰ ਚਲਾਈ, ਬਰਸ਼ਾ ਬਰਸ਼ੀ ਆਦਿਕ। ਸੋ ਇਸ ਤਰੀਕੇ ਦੇ ਨਾਲ ਸੋ ਜਿਸ ਵੇਲੇ ਕਹਿੰਦੇ ਨੇ ਉਹਨਾਂ ਵਾਰ ਕੀਤੇ, ਕਹਿੰਦੇ ਮੇਰਾ ਕੱਖ ਨਹੀਂ ਵਿਗੜਿਆ, ਪਰਮੇਸ਼ਵਰ ਨੇ ਰੱਖਿਆ ਕੀਤੀ। ਬਸ ਉੱਥੋਂ ਇਸ ਦਾ ਜਿਸ ਵੇਲੇ ਮਨ ਬਣ ਗਿਆ, ਕਹਿੰਦਾ ਵੀ ਇਸ ਨੂੰ ਫੜ ਕੇ ਦੱਸਿਆ ਵੀ ਕਦੇ ਪੰਡ ਜੀ ਬਣ ਕੇ ਪਹਾੜ ਤੋਂ ਵੀ ਸੁੱਟਿਆ, ਹਾਥੀ ਅੱਗੇ ਸੁੱਟਿਆ ਹੈ, ਪਾਣੀ ਵਿੱਚ ਡੋਬਿਆ, ਅੱਗ ਵਿੱਚ ਸੁੱਟਿਆ, ਨਾ ਸੜਿਆ ਨਾ ਡੁੱਬਿਆ ਨਾ ਮਰਿਆ। ਬੜਾ ਹੈਰਾਨ ਹੋਇਆ, ਨਿਸ਼ਚੈ ਹੋ ਗਿਆ, ਕਹਿੰਦੇ ਵੀ ਇਹ ਜਿਹੜੀ ਗੱਲ ਹੈ ਤੇ ਮੇਰੀ ਮੌਤ ਕਰੂਗਾ, ਹੁਣ ਮੇਰੀ ਮੌਤ ਹੀ ਸਮਝਣ ਮਟਲਾਉਂਦੀ ਹੈ। ਇਹੋ ਜਾਣ ਕਰਕੇ ਤੇ ਜਿਸ ਵੇਲੇ ਦੇਖਿਆ ਲਾਲ ਪੀਲਾ ਹੋਇਆ, ਕੋਈ ਪੇਚ ਨਹੀਂ ਜਾਂਦੀ, ਤੇ ਸੰਡੇ ਮਰਕੇ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਵੱਖਰਾ ਕਰਕੇ ਕਹਿਣ ਘਬਰਾਓ ਨਾ। ਕਹਿੰਦੇ ਸਾਡੇ ਕੋਲ ਇੱਕ ਵਰਣ ਪਾਸ ਹੈ, ਭਾਵ ਇੱਕ ਵਰਣ ਦੇਵ ਦੀ ਫਾਹੀ, ਭਾਵ ਕਿ ਜਿਹੜੀ ਸੋ ਇੱਕ ਕਿਸਮ ਦੀ ਫਾਹੀ ਆ ਕੈਦੀਆਂ ਨੂੰ ਪਾਉਣ ਵਾਲੀ। ਕਹਿੰਦੇ ਇਹਨੂੰ ਉਹਦੇ ਵਿੱਚ ਪਾ ਕੇ ਬੰਨ੍ਹ ਕੇ ਰੱਖਦੇ ਆ ਤੇ ਸਾਡਾ ਪਿਤਾ ਸ਼ੁਕਰ ਜਦੋਂ ਆਏਗਾ ਉਹ ਇਸ ਨੂੰ ਸੋ ਵਿਦਿਆ ਪੜ੍ਹਾ ਦੇਗਾ ਤੇ ਇਹਦਾ ਮਨ ਬਦਲ ਜਾਊਗਾ ਤੇ ਤੁਸੀਂ ਸ਼ਾਂਤ ਹੋ ਜਾਓ। ਕਹਿੰਦਾ ਲੈ ਜਾਓ ਇਸ ਨੂੰ। ਇਸ ਤਰੀਕੇ ਦੇ ਨਾਲ ਲੈ ਗਏ ਨੇ। ਹੁਣ ਉਹ ਵਰਣ ਪਾਸ ਜਿਹਨੂੰ ਕਿਹਾ ਹੈ, ਐਸੇ ਕਿਸਮ ਦੀ ਫਾਹੀ ਆ ਜੋ ਦੁਸ਼ਮਣਾਂ ਨੂੰ ਪਾਈ ਜਾਂਦੀ ਹੈ। ਇਹਨਾਂ ਨੇ ਆਪਣੇ ਘਰ ਵਿੱਚ ਆਸ਼ਰਮ ਬਣਾਇਆ, ਉਹਦੇ ਵਿੱਚ ਇਸ ਨੂੰ ਉਸ ਫਾਹੀ ਵਿੱਚ ਪਾ ਕੇ ਬੰਨ੍ਹ ਕੇ ਰੱਖਿਆ ਹੋਇਆ ਹੈ ਤੇ ਇਸ ਨੂੰ ਪੜ੍ਹਾਉਂਦੇ ਨੇ। ਜਿਸ ਵੇਲੇ ਇਹਨਾਂ ਨੇ ਸੰਡੇ ਮਰਕਾ ਨੇ ਪੜ੍ਹਾ ਕੇ ਆਪਣੇ ਘਰ ਦੇ ਕੰਮਾਂ ਨੂੰ ਚਲਾ ਜਾਣਾ, ਜਿੰਨਾ ਕੁ ਜਗ੍ਹਾ ਬਣਾਈ ਹੋ ਪਾਠਸ਼ਾਲਾ ਸਕੂਲ ਉਹਦੇ ਵਿੱਚ, ਤੇ ਜਿਹੜੇ ਦੈਂਤਾਂ ਦੇ ਬਾਕੀ ਬੱਚੇ ਸੀ ਨੇ ਉਹਨਾਂ ਨੂੰ ਬੁਲਾ ਲੈਣਾ ਕੋਲ, ਆਪਣੇ ਆਪ ਆ ਜਾਣਾ ਬੱਚਿਆਂ ਦੇ ਬੱਚੇ ਦੇ ਕੋਲ ਵੀ ਬੰਨ੍ਹ ਕੇ ਬਿਠਾਇਆ। ਇਸ ਨੇ ਕਹਿੰਦੇ ਵੀ ਮੈਂ ਉਹਨਾਂ ਨੂੰ ਪਰਮੇਸ਼ਵਰ ਦੀ ਭਗਤੀ ਸਿਖਾਉਣੀ, ਪਰਮੇਸ਼ਵਰ ਦੀ ਕਥਾ ਸੁਣਾਉਣੀ ਉਹਨਾਂ ਦੇ, ਤਾਂ ਹੀ ਇਸ ਤਰੀਕੇ ਨਾਲ ਪ੍ਰੇਰਨਾ ਸ਼ੁਰੂ ਕਰ ਦਿੱਤੀ। ਉਹ ਬੱਚੇ ਜਿਹੜੇ ਸੀ ਕਹਿੰਦੇ ਉਹਨਾਂ 'ਤੇ ਬੜਾ ਅਸਰ ਹੋਇਆ, ਮੈਨੂੰ ਸਵਾਲ ਕਰਨ, ਉਹਨਾਂ ਦਾ ਮੈਂ ਜਵਾਬ ਦੇਵਾਂ, ਬੱਚਿਆਂ ਦੀ ਤਸੱਲੀ ਹੋ ਜਾਵੇ। ਠੀਕ ਹੈ, ਇਸ ਤਰੀਕੇ ਦੇ ਨਾਲ ਸੋ ਭਗਤੀ ਦਾ ਉਪਦੇਸ਼ ਉਹਨਾਂ ਬੱਚਿਆਂ ਨੂੰ ਜਿਸ ਦਰੜਾਇਆ। ਤੇ ਉਹ ਭਗਤੀ ਦਾ ਉਪਦੇਸ਼ ਜਿਹੜਾ ਹੈ ਕਵੀ ਜੀ ਦਰਸਾ ਰਹੇ ਨੇ ਕਿ ਇਸ ਨੇ ਜਿਸ ਲਈ ਉਹਨਾਂ ਨੂੰ ਕਿਹਾ ਕਿ ਪਰਮੇਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ। ਸਾਰੀਆਂ ਜੂਨਾਂ ਦੇ ਵਿੱਚ ਹੀ ਵਿਸ਼ੇ ਭੋਗ ਪਦਾਰਥ ਤਾਂ ਮਿਲਦੇ ਹੀ ਹਨ, ਪਰਮੇਸ਼ਵਰ ਦੀ ਭਗਤੀ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਫਿਰ ਹੁਣ ਦੱਸ ਰਹੇ ਨੇ, ਕਹਿੰਦੇ ਦੇਖੋ ਜਿਹੜੇ ਤੁਸੀਂ ਕਹੋ ਵੀ ਉਮਰ, ਕਹਿੰਦੇ ਉਮਰ ਦਾ ਹਿਸਾਬ ਹੁਣ ਮੈਂ ਤੁਹਾਨੂੰ ਸਮਝਾਉਣਾ। ਤੇ ਪ੍ਰਹਲਾਦ ਜਿਸ ਤਰ੍ਹਾਂ ਬੱਚਿਆਂ ਦੇ ਤਾਂ ਹੀ ਸੋ ਉਪਦੇਸ਼ ਦੇ ਰਿਹਾ ਹੈ ਪਰਮੇਸ਼ਵਰ ਦੀ ਭਗਤੀ ਦਾ, ਉਹਨਾਂ ਦੇ ਮਨ ਵਿੱਚ ਸੋ ਵੈਰਾਗ ਪੈਦਾ ਕਰਕੇ ਪਰਮੇਸ਼ਵਰ ਦਾ ਪ੍ਰੇਮ ਪੈਦਾ ਕਰ ਰਿਹਾ ਹੈ, ਉਹ ਜ਼ਿਕਰ ਆ ਰਿਹਾ। ਆਓ ਪਿਆਰ ਪੂਰਵਕ ਮਨੁੱਖ ਦੀ ਉਮਰ ਦੇ ਬਾਰੇ ਹੁਣ ਪ੍ਰੇਰਨਾ ਕਰਨੀ ਸ਼ੁਰੂ ਕੀਤੀ ਹੈ।
ਸਾਹਿਬ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਹਨ। ਆਓ ਪਰਮੇਸ਼ਵਰ ਦੇ ਭਗਤ ਦੀ ਕਥਾ ਜਿਹੜੀ ਹੈ ਉਸ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਨਹੁ ਆਰ ਬਲ ਬਿਤੇ ਜੇ ਹੋਤੇ। ਕਹਿੰਦੇ ਦੇਖੋ ਮੈਂ ਹੁਣ ਅਸੀਂ ਕਹਿੰਦੇ ਬੱਚੇ ਆ, ਇਹ ਹੁਣ ਮਨੁੱਖ ਦੀ ਬੰਦੇ ਦੀ ਉਮਰ ਦੇਖੋ ਕਿੱਦਾਂ ਗੁਜ਼ਰਦੀ ਆ ਤਾਂ ਦੱਸਦੇ ਹਨ। ਅਰਧ ਜਾਨ ਨਿੰਦਰਾ ਬਸ ਸੋਤੇ। ਅੱਧੀ ਕੁ ਉਮਰ ਤੇ ਕਹਿੰਦੇ ਬੰਦੇ ਦੀ ਨੀਂਦ ਵਿੱਚ ਹੀ ਕਹਿੰਦੇ ਜਿਹੜੀ ਆ ਉਹ ਲੰਘ ਜਾਂਦੀ ਹੈ ਸੁੱਤੇ ਪਿਆ। ਬਾਲਕ ਮੁਗਧ ਬੁੱਧ ਮਹਿ ਕੇਤੀ। ਤੇ ਕਿੰਨੀ ਉਮਰ ਜਿਹੜੀ ਹੈ ਸੋ ਅਣਜਾਣ ਪੁਣੇ ਦੀ ਬਾਲਕ ਦੀ ਉਮਰ ਹੈ, ਜਿਹੜੀ ਉਹ ਅਣਜਾਣ ਪੁਣੇ ਵਿੱਚ ਹੀ ਗੁਜ਼ਰ ਜਾਂਦੀ ਹੈ ਬਾਲਕ ਦੀ ਉਮਰ। ਸਿੱਧ ਬਹੀਨ ਸੁਧ ਬਹੀਨ ਬੀਤਹਿ ਸਭ ਤੇਤੀ। ਉਹ ਸਾਰੀ ਕੋਈ ਬੱਚੇ ਨੂੰ ਖਬਰ ਨਹੀਂ ਹੁੰਦੀ, ਸੋ ਕੋਈ ਸੋਝੀ ਨਹੀਂ ਹੁੰਦੀ, ਉਹੋ ਜਿਹੀ ਸੋ ਬਾਲਕ ਬੁੱਧ ਅਚੇਤ ਇਸ ਤਰ੍ਹਾਂ ਗੁਜ਼ਰ ਜਾਂਦੀ ਹੈ। ਭਇਓ ਤਰਨ ਤਰਨੀ ਤਬ ਜੀਤਾ। ਜਦੋਂ ਕਹਿੰਦੇ ਜਵਾਨ ਉਮਰ ਹੁੰਦੀ ਹੈ ਤੇ ਇਸ ਪ੍ਰਕਾਰ ਤਰਨੀ ਔਰਤ ਜਿਹੜੀ ਹੈ ਜਿੱਤ ਲੈਂਦੀ ਹੈ ਜੀਵਨ ਨੂੰ। ਦਰਬ ਕਮਾਵਨ ਚਿੰਤਾ ਚੀਤਾ। ਦੂਸਰੇ ਪਾਸੇ ਕਹਿੰਦੇ ਧਨ ਕਮਾਉਣ ਦੀ ਚਿੱਤ ਵਿੱਚ ਚਿੰਤਾ ਲੱਗ ਜਾਂਦੀ ਹੈ। ਜਰਾ ਗ੍ਰਸਤ ਬਹੁਰੋ ਭਾ ਪ੍ਰਾਨੀ। ਫੇਰ ਪੁਰਾਣੀ ਜਿਹੜਾ ਕਹਿੰਦੇ ਜਰਾ ਬੁਢਾਪਾ ਗ੍ਰਸ ਲੈਂਦਾ ਹੈ, ਬੁੱਢਾ ਹੋ ਜਾਂਦਾ ਹੈ। ਇੰਦਰੀ ਸਿਥਲ ਸਮਤ ਬਿਕਲਾਨੀ। ਤੋ ਕਹਿੰਦੇ ਨੇ ਸਾਰੇ ਸਰੀਰ ਦੇ ਇੰਦਰੀਏ ਹੱਥ ਪੈਰ ਕਮਜ਼ੋਰ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਬੰਦੇ ਦੀ ਅਕਲ ਬੁੱਧ ਵੀ ਜਿਹੜੀ ਹੈ ਉਹ ਵੀ ਇਸ ਪ੍ਰਕਾਰ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ। ਯਾਦ ਸ਼ਕਤੀ ਗ੍ਰਹਿ ਸਖਤ ਮਹਿ ਮੋਹ ਵਿਸਾਲਾ। ਤੇ ਫੇਰ ਕੀ ਹੁੰਦਾ ਸੋ ਘਰ ਦੇ ਵਿੱਚ ਕਹਿੰਦੇ ਨੇ ਅਸ਼ਕਤ ਮੋਹ ਬੜੇ ਭਾਰੀ ਮੋਹ ਦੇ ਵਿੱਚ ਫਸ ਜਾਂਦਾ ਹੈ। ਬੱਚਿਆਂ ਨਾਲ ਮੋਹ ਕਰਦਾ ਹੈ, ਪਰਿਵਾਰ ਨਾਲ ਮੋਹ ਕਰਦਾ ਹੈ। ਕੋਖਣ ਕੁਟੰਬ ਬਿਤਾਇਓ ਕਾਲਾ। ਤੋ ਪਰਿਵਾਰ ਨੂੰ ਪਾਲਦਿਆਂ ਸਮਾਂ ਗੁਜ਼ਾਰ ਦਿੱਤਾ। ਰਾਜ ਸਨੇਹ ਪਰਿਵਾਰ ਬੰਧਾਨਾ। ਇਸ ਪ੍ਰਕਾਰ ਜਿਹੜਾ ਪਰਿਵਾਰ ਦਾ ਸਨੇਹ ਮੋਹ ਹੈ ਉਹਦੀ ਰੱਸੀ ਦੇ ਵਿੱਚ ਕਹਿੰਦੇ ਵੱਜ ਗਿਆ। ਤੋ ਇਸ ਤਰ੍ਹਾਂ ਦੇ ਨਾਲ ਬੰਦੇ ਦੀ ਜਿਹੜੀ ਉਮਰ ਹੈ ਗੁਜ਼ਰਦੀ ਹੈ। ਛੁਟਨੋ ਕਠਨ ਬਿਨਾ ਗੁਰ ਗਿਆਨਾ। ਬਿਨਾਂ ਗੁਰੂ ਦੇ ਗਿਆਨ ਤੋਂ ਇਹਨੂੰ ਛੁੱਟਣਾ ਬੜਾ ਮੁਸ਼ਕਲ ਹੈ, ਇਸ ਮੋਹ ਤੋਂ ਛੁੱਟਣਾ ਔਖਾ ਹੈ। ਪ੍ਰਭ ਕਰਨਾ ਤੇ ਹੋਏ ਵੈਰਾਗਾ। ਜੇ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੋਵੇ ਤੇ ਮਨ 'ਚ ਵੈਰਾਗ ਪੈਦਾ ਹੋ ਜਾਂਦਾ ਹੈ। ਮੋਹ ਕੁਟੰਬ ਹੈ ਕਰਹਿ ਤਿਆਗਾ। ਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਫਿਰ ਪਰਿਵਾਰ ਦੇ ਮੋਹ ਦਾ ਤਿਆਗ ਕਰੇ। ਜਗਤ ਸਾਰ ਜਾਣ ਕਰ ਸਭ ਹੀ। ਫਿਰ ਜਾਣਦਾ ਹੈ ਜਦੋਂ ਗੁਰੂ ਗਿਆਨ ਬਖਸ਼ਦੇ ਨੇ ਫਿਰ ਇਹਨੂੰ ਸਮਝ ਆਉਂਦੀ ਹੈ ਵੀ ਇਹ ਸਾਰਾ ਸੰਸਾਰ ਝੂਠਾ ਹੀ ਹੈ, ਮੋਹ ਮਮਤਾ ਦਾ ਜਾਲ ਹੀ ਹੈ। ਗੁਰੂ ਉਪਦੇਸ਼ ਗਹਿ ਦਿੜ ਤਬ ਹੀ। ਤਾਂ ਕਹਿੰਦੇ ਨੇ ਇਹ ਬੰਦਾ ਜਦੋਂ ਮਨ 'ਚ ਵੈਰਾਗ ਹੁੰਦਾ ਆਖੇ ਵੀ ਦੁਨੀਆ ਜਿਹੜੀ ਹੈ ਇਹ ਤਾਂ ਸੰਸਾਰ ਕਿਸੇ ਦਾ ਵੀ ਨਹੀਂ ਹੈ ਤੇ ਫਿਰ ਇਹ ਅਸਾਰ ਰੂਪ ਹੈ, ਨਾਸਮੰਤ ਝੂਠਾ ਹੈ। ਇਉਂ ਜਾਣ ਕੇ ਫਿਰ ਵਾਹਿਗੁਰੂ ਪਰਮੇਸ਼ਰ ਸਤਿਗੁਰਾਂ ਦੇ ਉਪਦੇਸ਼ ਨੂੰ ਦ੍ਰਿੜ ਪੱਕਾ ਕਰਕੇ ਮੰਨਦਾ ਹੈ ਮਨ। ਆਤਮ ਪੂਰਨ ਜਹ ਕਹਿ ਦੇਖੀ। ਤਾਂ ਫਿਰ ਆਪਣੀ ਆਤਮਾ ਜਿਹੜੀ ਹੈ ਉਸ ਨੂੰ ਜਿੱਥੇ ਕਿੱਥੇ ਵਿਆਪਕ ਦੇਖ ਲੈਂਦਾ ਗੁਰੂ ਦੀ ਕਿਰਪਾ ਦਾ ਸਦਕਾ। ਨਿਜ ਸਰੂਪ ਕੋ ਲਖੈ ਵਸੇਖੀ। ਵਿਸ਼ੇਸ਼ ਕਰਕੇ ਫਿਰ ਇਹਨੂੰ ਆਪਣੇ ਸਰੂਪ ਦੀ ਸਮਝ ਆਉਂਦੀ ਹੈ। ਪਹਿਲਾਂ ਤੇ ਬੰਦਾ ਇਹੋ ਹੀ ਕਹਿੰਦਾ ਮੈਂ ਸਰੀਰ ਹਾਂ, ਮੇਰਾ ਸਰੀਰ ਹੈ, ਪਰ ਜਿਸਲੇ ਗੁਰੂ ਦਾ ਗਿਆਨ ਮਿਲਦਾ ਫਿਰ ਸਰੀਰ ਵਿੱਚ ਆਤਮਾ ਨੂੰ ਦੇਖ ਲੈਂਦਾ, ਸਮਝ ਆ ਜਾਂਦੀ ਸਰੀਰ ਨਹੀਂ ਮੈਂ ਤੇ ਆਤਮ ਸਰੂਪ ਹਾਂ। ਮਨ ਕੀ ਬਿਰਤ ਟਿਕੇ ਸੁਖ ਰਾਸਾ। ਮਨ ਦੀ ਬਿਰਤੀ ਟਿਕ ਜਾਂਦੀ ਹੈ, ਸੁੱਖਾਂ ਦਾ ਜਿਹੜਾ ਖਜ਼ਾਨਾ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਵਿੱਚ ਫਿਰ ਸੁਰਤ ਟਿਕਦੀ ਹੈ। ਨਿਸ਼ਚਲ ਹੋਵੇ ਦਿੜ ਅਭਿਆਸਾ। ਫਿਰ ਕਹਿੰਦੇ ਨੇ ਇਸ ਦਾ ਅਭਿਆਸ ਦ੍ਰਿੜ ਪੱਕਾ ਹੋ ਜਾਂਦਾ ਹੈ, ਫਿਰ ਨਿਚਲ ਅਚਲ ਹੋ ਜਾਂਦਾ, ਇਸ ਦਾ ਮਨ ਜਿਹੜਾ ਹੈ ਟਿਕ ਜਾਂਦਾ ਹੈ। ਦੈਤ ਪੁੱਤਰ ਸੁਨ ਗਿਰਾ ਉਚਾਰੀ। ਜਿਸ ਵੇਲੇ ਕਹਿੰਦੇ ਇਉਂ ਉਪਦੇਸ਼ ਉਹਨਾਂ ਦੈਂਤਾਂ ਦੇ ਬੱਚਿਆਂ ਨੂੰ ਪ੍ਰਹਲਾਦ ਕਹਿੰਦਾ ਉਪਦੇਸ਼ ਦਿੱਤਾ ਤਾਂ ਹਮਹਿ ਬਿਤਾਏ ਬਾਤ ਇਹ ਸਾਰੀ। ਤਾਂ ਕਹਿਣ ਲੱਗੇ ਵੀ ਆਹ ਜਿਹੜੀਆਂ ਗੱਲਾਂ ਅਕਸਰ ਤੂੰ ਵੀ ਸਾਡੇ ਜਿੱਡਾ ਹੀ ਹੈ ਤੇ ਇਹ ਸਾਰੀ ਗੱਲਬਾਤ ਜਿਹੜੀ ਤੂੰ ਸਾਨੂੰ ਸੁਣਾਉਂਦਾ ਹੈ। ਅਸ ਤੁਮ ਗਿਆਨ ਕਹਾਂ ਤੇ ਪਾਵਾ। ਤੇ ਤੂੰ ਦੱਸ ਤੈਨੂੰ ਇਹ ਗਿਆਨ ਕਿੱਥੋਂ ਆ ਗਿਆ, ਤੂੰ ਇਹੋ ਜਿਹਾ ਗਿਆਨ ਕਿੱਥੋਂ ਪ੍ਰਾਪਤ ਕਰ ਲਿਆ ਹੈ। ਸਰਬਹਿ ਸਾਰ ਅਸਾਰ ਲਖਾਵਾ। ਸਾਰਾ ਕਹਿੰਦੇ ਨੇ ਜਿਹੜਾ ਤੂੰ ਸੱਚ ਦੀ ਪਛਾਣ ਕੀਤੀ, ਅਸਾਰ ਝੂਠ ਦੀ ਪਛਾਣ ਹੈ, ਤੈਨੂੰ ਇੰਨਾ ਗਿਆਨ ਤੈਨੂੰ ਕਿੱਥੋਂ ਆ ਗਿਆ ਹੈ। ਹਮ ਤੁਮ ਪੜਤ ਗੁਰੂ ਇੱਕ ਪਾਹੀ। ਦੇਖੋ ਇੱਕੋ ਹੀ ਸਾਡਾ ਗੁਰੂ ਹੈ, ਅਸੀਂ ਵੀ ਤੇ ਤੂੰ ਵੀ ਕਹਿੰਦੇ ਨੇ ਸਾਰੇ ਇੱਕੋ ਹੀ ਗੁਰੂ ਦੇ ਕੋਲ ਪੜ੍ਹਦੇ। ਇਹੋ ਜਿਹਾ ਉਪਦੇਸ਼ ਤੇ ਕਦੇ ਗੁਰੂ ਨੇ ਦਿੱਤਾ ਹੀ ਨਹੀਂ ਸਾਨੂੰ, ਸੰਡੇ ਮਰਕੇ ਨੇ ਪੜ੍ਹਾਏ ਨਹੀਂ ਹੈ। ਅਪਰ ਨਿਕਟ ਗਮਨੇ ਕਬ ਨਾਹੀ। ਤੇ ਅਸੀਂ ਦੇਖ ਰਹੇ ਮੈਂ ਤੂੰ ਕਦੇ ਹੋਰ ਕਿਸੇ ਦੇ ਕੋਲ ਗਿਆ ਹੀ ਨਹੀਂ ਵੀ ਕਿਸੇ ਹੋਰ ਨੇ ਤੈਨੂੰ ਉਪਦੇਸ਼ ਦਿੱਤਾ ਹੋਵੇ, ਹੋਰ ਵੀ ਨਹੀਂ ਕਿਤੇੋਂ ਸਿੱਖਿਆ ਲਈ। ਇਹ ਤੈਨੂੰ ਗਿਆਨ ਕਿੱਥੋਂ ਆ ਗਿਆ ਪ੍ਰਹਲਾਦ ਜੀ। ਔਰ ਨਾ ਕੋ ਆਵਾ ਇਹ ਥਾਨਾ। ਤੇ ਨਾ ਹੀ ਇਸ ਸਥਾਨ ਤੇ
ਹੋਰ ਕੋਈ ਉਪਦੇਸ਼ਤਾ ਆਇਆ ਜਿਹੜੇ ਉਪਦੇਸ਼ ਦਿੱਤਾ ਹੈ ਤੇ ਤੂੰ ਇਹ ਸਮਝ ਲਿਆ ਹੋਵੇ। ਕਬਹੁ ਨਹਿ ਸਤ ਸੰਗ ਮਿਲਾਨਾ, ਤੇ ਕਦੇ ਵੀ ਹੋਰ ਕਿਸੇ ਸਤਸੰਗ ਵਿੱਚ ਤੂੰ ਗਿਆ ਵੀ ਨਹੀਂ ਹੈ, ਨਾ ਤੇਰੇ ਕੋਲ ਕੋਈ ਆਇਆ ਨਾ ਤੂੰ ਕਿਤੇ ਗਿਆ। ਇਕੱਠੇ ਅਸੀਂ ਪੜ੍ਹਦੇ ਹਾਂ ਵੀ ਤੈਨੂੰ ਅਨੋਖਾ ਹੀ ਗਿਆਨ ਕਿੱਥੋਂ ਆ ਗਿਆ ਹੈ, ਇਹ ਪੁੱਛਿਆ ਬੱਚਿਆਂ ਨੇ। ਔਰ ਨਾ ਆਇਓ ਤੂੰ ਨਹਿ ਗਇਓ, ਕੋਈ ਆਇਆ ਨਹੀਂ ਤੂੰ ਕਿਤੇ ਗਿਆ ਨਹੀਂ। ਐਸੋ ਗਿਆਨ ਕਹਾਂ ਤੇ ਭਇਓ, ਇਹੋ ਜਿਹਾ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋ ਗਿਆ। ਇਹ ਸੰਸਾ ਉਰ ਦੇਹੋ ਮਿਟਾਈ। ਪਹਿਲਾਂ ਕਹਿੰਦੇ ਸਾਡਾ ਇਸ ਗੱਲ ਦਾ ਸ਼ੰਕਾ ਮਿਟਾ ਪ੍ਰਹਲਾਦ, ਤੈਨੂੰ ਗਿਆਨ ਇਹ ਕਿੱਥੋਂ ਆਇਆ ਹੈ। ਦਿਨ ਤੇ ਸੁਣ ਮੈਂ ਗਿਰਾ ਅਲਾਈ। ਫਿਰ ਪ੍ਰਹਲਾਦ ਜੀ ਕਹਿੰਦੇ ਉਹਨਾਂ ਬੱਚਿਆਂ ਦੀ ਗੱਲ ਸੁਣ ਕੇ ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ। ਜਬ ਮਮ ਪਿਤ ਤਪ ਹੇਤ ਪਧਾਰਾ। ਕਹਿੰਦੋ ਭਾਈ ਇਹ ਬੜਾ ਸੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜਗ੍ਹਾ ਤੇ ਜ਼ਿਕਰ ਆਇਆ ਹੈ ਵੀ ਜਿਹੜਾ ਇਹ ਪ੍ਰਹਲਾਦ ਸੀ ਨਾ, ਗੁਰੂ ਉਪਦੇਸ਼ ਦੇ ਨਾਲ ਤਰਿਆ। ਹੁਣ 5 ਸਾਲ ਦਾ ਬੱਚਾ, ਇਹਨੂੰ ਉਪਦੇਸ਼ ਕਦੋਂ ਹੋਇਆ? ਉਹਦਾ ਹੁਣੇ ਜਵਾਬ ਦੇ ਰਿਹਾ ਹੈ। ਕਹਿੰਦੇ ਜਦੋਂ ਮੇਰਾ ਪਿਤਾ ਜਿਹੜਾ ਸੀ ਨਾ ਹਰਨਾਕਸ਼, ਇਹ ਤਪ ਕਰਨ ਵਾਸਤੇ ਚਲਾ ਗਿਆ ਸੀ। ਮੰਦਰਾਚਲ ਪਰ ਹੱਠ ਵੱਡ ਧਾਰਾ। ਮੰਦਰਾਚਲ ਪਰਬਤ ਤੇ ਬੜਾ ਦ੍ਰਿੜ ਪੱਕਾ ਨਿਸ਼ਚਾ ਕਰਕੇ ਜਦੋਂ ਇਹ ਭਜਨ ਕਰਨ ਲੱਗ ਪਿਆ ਸੀ, ਤਪੱਸਿਆ ਕਰਨ ਲੱਗ ਪਿਆ ਸੀ। ਸੁਨ ਕਰ ਸਰੋਨ ਸੁਰਨ ਸਮੂਹਾ। ਤਾਂ ਕਹਿੰਦੇ ਜਦੋਂ ਇਹ ਗੱਲ ਸਾਰੇ ਹੀ ਜਿਹੜੇ ਇਸ ਪ੍ਰਕਾਰ ਸੋ ਦੇਵਤੇ ਸੀ ਉਹਨਾਂ ਨੇ ਜੋ ਸੁਣਿਆ। ਸੈਨ ਬਟੋਰੀ ਕੀਨੀ ਬਹੂਆ। ਤਾਂ ਵਿਊਹਾ ਕਹਿੰਦੇ ਨੇ ਜਿੰਨੀ ਤਾਂ ਇਹਨਾਂ ਦੇਵਤਿਆਂ ਨੇ ਆਪਣੀ ਸਾਰੀ ਫੌਜ ਇਕੱਠੀ ਕਰ ਲਈ ਵੀ ਹੁਣ ਹਰਨਾਕਸ਼ ਤੇ ਚੱਲ ਗਿਆ ਤਪ ਕਰਨ ਵਾਸਤੇ, ਸਿੰਘਾਸਣ ਖਾਲੀ ਆ ਹੁਣ। ਹਰਖ ਪਰਸ ਪਰ ਬਚਨ ਬਖਾਨਾ। ਬੜੇ ਖੁਸ਼ ਹੋ ਕੇ ਆਪੋ ਵਿੱਚ ਬਚਨ ਕੀਤਾ ਹੈ ਇਹਨਾਂ ਦੇਵਤਿਆਂ ਨੇ। ਦਾਨਵ ਕੁਲ ਕੋ ਕਰਹੁ ਨਿਦਾਨਾ। ਕਹਿੰਦੇ ਭਾਈ ਹੁਣ ਬਣ ਗਈ। ਕਹਿੰਦੇ ਇਹ ਜਿਹੜੀ ਦੈਂਤਾਂ ਦੀ ਕੁੱਲ ਹੈ ਨਾ, ਇਹਦਾ ਹੁਣ ਅੰਤ ਕਰੋ। ਕਹਿੰਦੇ ਹੁਣ ਇਹ ਦੈਂਤਾਂ ਦਾ ਨਾਸ ਕਰ ਦਿਓ। ਬਿਨ ਪ੍ਰਯਾਸ ਦਨ ਜੇਸ ਨਿਸ਼ਾਨਾ। ਤੋ ਕਹਿੰਦੇ ਨੇ ਹੁਣ ਸਾਨੂੰ ਬਹੁਤਾ ਯਤਨ ਨਹੀਂ ਕਰਨਾ ਪਏਗਾ, ਇਹ ਦਨਜ ਜਿਹੜੇ ਦਾਨਵ ਹਨ ਇਹਨਾਂ ਦੈਂਤਾਂ ਦਾ ਵਿਨਾਸ਼ ਕਰ ਦਈਏ। ਜਿਮ ਪਪੀਲ ਕਾ ਇਹ ਕੀਏ ਹਾਨਾ। ਕਹਿੰਦੇ ਜਿਸ ਤਰ੍ਹਾਂ ਸੱਪ ਜਿੱਡਾ ਮਰਜੀ ਤਗੜਾ ਹੋਵੇ, ਉਹਨੂੰ ਜਰਾ ਕੁ ਜ਼ਖਮ ਲੱਗ ਜਾਏ ਤਾਂ ਕੀੜੀਆਂ ਹੀ ਖਾ ਜਾਂਦੀਆਂ, ਮਾਰ ਦਿੰਦੀਆਂ ਹੈ। ਇਉਂ ਭਾਵੇਂ ਦੇਵਤੇ ਸੀ ਤਾਂ ਕਮਜ਼ੋਰ ਇਹਨਾਂ ਦੇ ਸਾਹਮਣੇ, ਪਰ ਕਹਿੰਦੇ ਵੱਡਾ ਹੈ ਦੈਂਤਾਂ ਦਾ ਸੱਪ ਜਿਹੜਾ ਸੀ ਉਹਨੂੰ ਕਹਿੰਦੇ ਅਸੀਂ ਮਾਰ ਸਕਦੇ ਹਾਂ, ਇਉਂ ਸੋਚ ਲਿਆ। ਕਟਕ ਬਟੋਰ ਆਨ ਰਾਜਧਾਨੀ। ਤੋ ਕਹਿੰਦੇ ਨੇ ਇਹਨਾਂ ਨੇ ਦੇਵਤਿਆਂ ਨੇ ਕਹਿੰਦੇ ਆਪਣੀ ਫੌਜ ਇਕੱਠੀ ਕਰਕੇ ਤੇ ਇਹ ਦੈਂਤ ਰਾਜਾ ਜਿਹੜਾ ਸੀ ਹਰਨਾਕਸ਼, ਇਸ ਦੀ ਰਾਜਧਾਨੀ ਤੇ ਹਮਲਾ ਕੀਤਾ। ਮੰਡਿਓ ਜੁਧ ਕ੍ਰੋਧ ਕਰ ਮਾਨੀ। ਤੋ ਬੜਾ ਕ੍ਰੋਧ ਦੇ ਸਹਿਤ ਹੋ ਕਰਕੇ ਸੋ ਕਹਿੰਦੇ ਯੁੱਧ ਕਰ ਲਿਆ ਆਣ ਕੇ ਇਹਨਾਂ ਨੇ। ਦਾਨ ਮਿਲ ਇਕ ਠਾ ਤਿਹ ਕਾਲਾ। ਜਿੰਨੇ ਕੁ ਦੈਂਤ ਸੀਗੇ ਫੌਜ ਉਹਨੇ ਇੱਕ ਥਾਂ ਤੇ ਇਕੱਠੇ ਹੋ ਕੇ ਦਾਰਨ ਸੰਗਰ ਕੀਨ ਵਿਸਾਲਾ। ਬੜਾ ਭਿਆਨਕ ਕਹਿੰਦੇ ਜੰਗ ਕੀਤਾ ਫਿਰ ਦੇਵਤਿਆਂ ਦੇ ਨਾਲ ਇਹਨਾਂ ਨੇ। ਗਦਾ ਤਰਸੂਲਨ ਗਿਰ ਤਰ ਭਾਰੇ। ਉਹ ਕਹਿੰਦੇ ਗਦਾਂ ਤੇ ਤਰਸੂਲਾਂ ਤੇ ਕਹਿੰਦੇ ਬੜੇ ਬੜੇ ਪਹਾੜ ਚੁੱਕ ਮਾਰੇ ਫਿਰ ਦੇਵਤਿਆਂ ਦੇ ਉੱਤੇ। ਬਲੀ ਜੋ ਸਨ ਇਹ ਇੱਕ ਬਾਰ ਸੁਰਨ ਪਰ ਡਾਰੇ। ਇੱਕੋ ਹੀ ਵਾਰ ਕਹਿੰਦੇ ਇਹਨਾਂ ਦੇਵਤਿਆਂ ਤੇ ਇਹਨਾਂ ਦੈਂਤਾਂ ਨੇ ਵਾਰ ਕੀਤਾ, ਹਮਲਾ ਕੀਤਾ ਤੇ ਬਚਾਏ ਇੰਦਰ ਕਰ ਕ੍ਰੋਧਾ। ਤੋ ਕਹਿੰਦੇ ਨੇ ਉਹਨਾਂ ਤੋਂ ਸਾਰਿਆਂ ਤੋਂ ਉਹਨਾਂ ਦੇ ਹਮਲੇ ਤੋਂ ਇਹਨਾਂ ਨੇ ਆਪਣਾ ਬਚਾਅ ਕਰ ਲਿਆ ਦੇਵਤਿਆਂ ਨੇ। ਜਿਹੜਾ ਇੰਦਰ ਸੀ ਸਵਰਗ ਦਾ ਰਾਜਾ, ਕਹਿੰਦੇ ਦੇਵਤਿਆਂ ਸਮੇਤ ਬੜਾ ਕ੍ਰੋਧ ਕੀਤਾ ਉਸਨੇ। ਫਿਰ ਲੈ ਕਰ ਸੰਗ ਸਰਬ ਨਿਧ ਜੋਧਾ। ਆਪਣੇ ਸਾਰੇ ਯੋਧੇ ਦੇਵਤਿਆਂ ਨੂੰ ਲੈ ਕੇ ਬਜਰ ਹਤਨ ਕੀਏ ਦੈਂਤ ਬਿਹਾਲਾ। ਤੋ ਕਹਿੰਦੇ ਇਹ ਬੱਜਰ ਇੱਕ ਇਹਦਾ ਇੰਦਰ ਦੇਵਤਿਆਂ ਦਾ ਸ਼ਸਤਰ ਹੈ, ਬੱਜਰ ਉਹਦਾ ਨਾਂ ਹੈ, ਉਹ ਬੜਾ ਕਰੜਾ ਹੈ। ਇਸ ਪ੍ਰਕਾਰ ਕਹਿੰਦੇ ਉਹਨੇ ਬੱਜਰ ਦੇ ਨਾਲ ਕਹਿੰਦੇ ਆਪਣੇ ਮਾਰ ਕਰਕੇ ਦੈਂਤਾਂ ਨੂੰ ਬਿਹਾਲ ਕੀਤਾ, ਬਹੁਤ ਮਾਰੇ ਹਨ। ਭਾਜੇ ਉਰ ਧਰ ਤਰਾਸ ਵਿਸਾਲਾ। ਬੜਾ ਭਾਰੀ ਡਰ ਧਾਰ ਕਰਕੇ ਕਹਿੰਦੇ ਸਾਰੇ ਭੱਜ ਗਏ ਦੈਂਤ ਜਿਤਨੇ ਸਨ। ਪੁੱਤਰ ਕਲਤਰ ਨਾ ਮਿੱਤਰ ਸੰਭਾਰਾ। ਕਿਸੇ ਨੇ ਕਹਿੰਦੇ ਜਿਵੇਂ ਕਹਿੰਦੇ ਮਾਵਾਂ ਪੁੱਤ ਨਹੀਂ ਸੰਭਾਲਦੀਆਂ, ਕਿਸੇ ਦੀ ਸੰਭਾਲ ਨਹੀਂ ਕੀਤੀ। ਇਹ ਸਾਰੀ ਫੌਜ ਨਹੀਂ ਹਾਰ ਕੇ ਭੱਜ ਗਈ ਜਿਸਲੇ ਹਰਨਾਕਸ਼ ਦੀ। ਪ੍ਰਾਨ ਬਚਾਵਨ ਹੇਤ ਵਿਚਾਰਾ। ਸਭਨਾਂ ਨੇ ਵਿਚਾਰਿਆ ਵੀ ਆਪਣੇ ਪ੍ਰਾਣ ਬਚਾਓ, ਐਵੇਂ ਕਾਹਨੂੰ ਮਰਨਾ ਇਹਨਾਂ ਦੇ ਸਾਹਮਣੇ। ਸਾਰੇ ਭੱਜ ਗਏ। ਪਾਏ ਵਿਜੇ ਕੋ ਅਦਕ ਪੁਰੰਦਰ। ਤੋ ਜਿਹੜਾ ਇੰਦਰ ਦੇਵਤਾ ਸੀ ਉਸ ਨੇ ਜਦੋਂ ਫਤਿਹ ਪ੍ਰਾਪਤ ਕਰ ਲਈ ਹਰਨਾਕਸ਼ ਦੀ ਫੌਜ ਤੇ, ਦੈਂਤ ਰਾਜ ਕੇ ਆਵਾ ਅੰਦਰ। ਤਾਂ ਫੇਰ ਇਹਦੇ ਮਹਿਲਾਂ ਵਿੱਚ ਆ ਗਿਆ, ਦੈਂਤ ਰਾਜ ਦੇ ਹਰਨਾਕਸ਼ ਦੇ ਮਹਿਲਾਂ ਵਿੱਚ ਚਲਾ ਗਿਆ ਇੰਦਰ ਦੇਵਤਾ। ਸਭ ਦਾਨਵ ਕੀ ਸੈਨ ਨਿਖੂਟੀ। ਸਾਰੀ ਵਿਨਾਸ਼ ਕਰ ਦਿੱਤੀ, ਕੋਈ ਨਹੀਂ ਸੀ, ਭੱਜ ਗਈ, ਕੁਛ ਮਾਰ ਦਿੱਤੀ ਦੈਂਤਾਂ ਦੀ ਫੌਜ ਜਿਹੜੀ ਸੀ। ਹਰਖਤ ਹੋਵੇ ਮੁਲਤਾਨ ਸੋ ਲੂਟੀ। ਤੋ ਬੜਾ ਖੁਸ਼ ਹੋ ਕੇ ਸਾਰੇ ਮਲਤਾਨ ਨੂੰ ਫਿਰ ਦੇਵਤਿਆਂ ਨੇ ਲੁੱਟਿਆ।
ਜਿਹੜੀ ਮੁਲਤਾਨ ਇਹ ਹਰਨਾਕਸ਼ ਦੀ ਰਾਜਧਾਨੀ ਸੀ, ਉੱਥੇ ਹੀ ਪ੍ਰਹਲਾਦ ਨੂੰ ਮਾਰਨ ਦੇ ਯਤਨ ਕੀਤੇ ਸਨ। ਮਮ ਮਾਤਾ ਕੋ ਗਹਿ ਅਸੁਰਾਰੀ। ਤਾਂ ਕਹਿੰਦੇ ਨੇ ਇਹ ਇੰਦਰ ਦੇਵਤੇ ਨੇ ਕਹਿੰਦੇ ਫਿਰ ਘਰ ਦੇ ਵਿੱਚ ਕਹਿੰਦੇ ਮੇਰੀ ਮਾਤਾ ਜਿਹੜੀ ਸੀ ਇਸ ਪ੍ਰਕਾਰ ਉਸ ਨੂੰ ਪਕੜ ਲਿਆ ਉਸਨੇ, ਲੈ ਕਰ ਗਮਨੇ ਨਿਜ ਸੰਗਾਰੀ। ਆਪਣੇ ਨਾਲ ਲੈ ਕਰਕੇ ਆਪਣੇ ਸਵਰਗ ਨੂੰ ਲੈ ਚੱਲਿਆ ਜਦੋਂ। ਸਹਿ ਸੁਭਾਏ ਚੱਲੇ ਮਗ ਜਾਈ। ਸੁਤੇ ਸੁਭਾ ਕਹਿੰਦੇ ਜਿੱਤ ਪ੍ਰਾਪਤ ਕਰਕੇ ਰਸਤੇ 'ਚ ਤੁਰਿਆ ਜਾਂਦਾ ਸੀ ਇੰਦਰ ਦੇਵਤਾ ਆਪਣੇ ਦੇਵਤਿਆਂ ਦੀ ਫੌਜ ਨਾਲ। ਨਾਰਦ ਮੁਨ ਮਿਲਿਓ ਤਬ ਆਈ। ਤਾਂ ਝੱਟ ਕਹਿੰਦੇ ਨਾਰਦ ਮੁਨੀ ਆਣ ਕੇ ਰਸਤੇ ਵਿੱਚ ਮਿਲ ਪਿਆ ਇੰਦਰ ਦੇਵਤੇ ਨੂੰ। ਵਿਖ ਕਰ ਰਿਖ ਉਰ ਉਪਜੀ ਦਾਇਆ। ਤੋ ਕਹਿੰਦੇ ਨੇ ਬੜੀ ਦਇਆ ਪੈਦਾ ਹੋਈ ਜਿਸ ਵੇਲੇ ਰਿਸ਼ੀ ਨਾਰਦ ਮੁਨੀ ਨੇ ਤੱਕਿਆ ਹੈ। ਕਹਿਣ ਲੱਗਿਓ ਤਬ ਹੇ ਸੁਰ ਰਾਇਆ। ਉਸ ਵੇਲੇ ਕਹਿਣ ਲੱਗਾ ਇੰਦਰ ਦੇਵਤੇ ਨੂੰ ਕਹਿੰਦਾ ਹੈ, ਬਿਨ ਅਪਰਾਧ ਨਾਰ ਗਹਿ ਆਨੀ। ਕਹਿੰਦੇ ਦੇਖ ਤੂੰ ਸਵਰਗ ਦਾ ਰਾਜਾ ਦੇਵਤਾ ਹੈ, ਇਹ ਔਰਤ ਨੇ ਕੀ ਗੁਨਾਹ ਕੀਤਾ, ਜੰਗ ਕੀਤਾ ਕੋਈ, ਇਹਨੂੰ ਵਿਚਾਰੀ ਤੂੰ ਫੜ ਲਿਆਂਦਾ ਹੈ। ਤਜੋ ਬੇਗ ਮਾਨੋ ਮਮ ਬਾਨੀ। ਮੇਰੇ ਬਚਨ ਮੰਨੋ ਤੇ ਤੁਸੀਂ ਆਪਣਾ ਇਤਿਹਾਸ ਕਲੰਕ ਨਾ ਕਰੋ, ਇਹਨੂੰ ਛੱਡ ਦਿਓ ਮੇਰੀ ਗੱਲ ਮੰਨ ਕੇ। ਸੁਨਤ ਸਰੋਨ ਬੋਲਿਓ ਪਰਹੂਤਾ। ਤੋ ਕਹਿੰਦੇ ਇੰਦਰ ਦੇਵਤਾ ਸੁਣ ਕੇ ਨਾਰਦ ਦੀ ਗੱਲ ਕਿਉਂ ਬੋਲਿਆ, ਕਹਿਣ ਲੱਗਾ ਇਸ ਕੇ ਗਰਭ ਬਲੀ ਹੋਇ ਪੂਤਾ। ਕਹਿੰਦੇ ਮੈਨੂੰ ਪਤਾ ਇਸ ਗੱਲ ਦਾ ਵੀ ਇਹ ਹਰਨਾਕਸ਼ ਦੇ ਘਰੋਂ ਆ ਜਿਹੜੀ, ਤੋ ਇਹਦੇ ਸਰੀਰ ਇਹਨੇ ਬੱਚੇ ਨੂੰ ਜਨਮ ਦੇਣਾ ਹੈ, ਤੋ ਇਸ ਵਾਸਤੇ ਜਨਮਤ ਹੀ ਮਾਰੂ ਮੈਂ ਤਾਹੀ। ਤੇ ਜਦੋਂ ਇਸ ਦੇ ਉਦਰ ਤੋਂ ਬੱਚਾ ਜਨਮ ਲਵੇਗਾ ਤੇ ਜੰਮਦੇ ਨੂੰ ਮੈਂ ਮਾਰ ਦੇਣਾ, ਇਸ ਵਾਸਤੇ ਇਹਨੂੰ ਲਿਆਂਦਾ ਮੈਂ। ਕਹਿ ਆਨੀ ਬਨਤਾ ਹਿਤ ਜਾਹੀ। ਇਸ ਵਾਸਤੇ ਇਸ ਨੂੰ ਮੈਂ ਪਕੜ ਕੇ ਲਿਆਂਦਾ ਹੈ। ਨਾਰਦ ਕਹਿਤ ਸੁਨਹੁ ਸੁਰ ਰਾਈ। ਨਾਰਦ ਕਹਿਣ ਲੱਗਾ ਦੇਖ ਇੰਦਰ ਦੇਵਤਾ ਮੇਰੀ ਗੱਲ ਸੁਣ, ਤਿਸ ਕੋ ਪੁੱਤਰ ਨਾ ਮਾਰਿਓ ਜਾਈ। ਦੇਖ ਇਹ ਹਰਨਾਕਸ਼ ਦਾ ਪੁੱਤਰ ਜਿਹੜਾ ਨਾ ਇਸ ਮਾਤਾ ਦੇ ਗਰਭ ਵਿੱਚ ਜੋ ਪਲ ਰਿਹਾ ਨਾ, ਤੇਰੇ ਕੋਲ ਮਾਰਿਆ ਨਹੀਂ ਜਾਣਾ, ਇਹ ਮੇਰੀ ਗੱਲ ਸਮਝ ਲੈ। ਹੋਵੇ ਹਰ ਭਗਤ ਸੋ ਆਤਮ ਗਿਆਨੀ। ਉਹ ਪਰਮੇਸ਼ਵਰ ਦਾ ਭਗਤ ਹੋਣਾ, ਬ੍ਰਹਮ ਗਿਆਨੀ ਹੋਣਾ ਹੈ। ਉਹ ਪੁੱਤਰ ਜਿਹੜਾ ਨਾ ਤੂੰ ਕਹਿਣਾ ਉਹ ਨਹੀਂ ਤੇਰੇ ਕੋ ਮਾਰ ਹੋਣਾ। ਅਸ ਕੋ ਕਰੇ ਤਾਸ ਕੀ ਹਾਨੀ। ਤੋ ਕਿਹੜਾ ਕਹਿੰਦੇ ਜੰਮਿਆ ਦੁਨੀਆ 'ਚ ਜਿਹੜਾ ਉਹਦਾ ਹਾਨ ਕਰ ਜਾਂ ਉਹਦਾ ਨੁਕਸਾਨ ਕਰ ਸਕੂਗਾ। ਤੁਮਰੇ ਸਹਿਤ ਅਪਰ ਜੋ ਦੇਵਾ। ਤੇਰੇ ਸਮੇਤ ਜਿੰਨੇ ਵੀ ਦੇਵਤੇ ਹਨ ਹਨ ਨਾ ਸਕੇ ਤਤ ਪਰ ਹਰ ਸੇਵਾ। ਤੋ ਭਾਵੇਂ ਉਹ ਹਰੀ ਦੀ ਸੇਵਾ ਕਰ ਰਿਹਾ, ਬੜਾ ਤਤਪਰ ਹੋ ਕੇ ਸਿਮਰਨ ਕਰ ਰਿਹਾ ਮਾਤਾ ਦੇ ਗਰਭ ਵਿੱਚ, ਤੁਹਾਡੇ ਕੋਲੋਂ ਨਾਸ ਨਹੀਂ ਹੋਣਾ, ਮਾਰਿਆ ਨਹੀਂ ਜਾਣਾ ਉਹ। ਮਾਨ ਪੁਰੰਦਰ ਭੈ ਉਰਮਾਹੀ। ਤਾਂ ਕਹਿੰਦੇ ਨੇ ਫਿਰ ਇੰਦਰ ਦੇਵਤੇ ਨੂੰ ਡਰ ਲੱਗਣ ਲੱਗ ਪਿਆ ਜਦੋਂ ਨਾਰਦ ਨੇ ਕਿਹਾ, ਬੜਾ ਭੈ ਮੰਨਿਆ ਉਸਨੇ। ਰਿਖ ਕੇ ਕਹੇ ਛਾੜ ਦੀਏ ਤਾਹੀ। ਕਹਿੰਦੇ ਚੰਗਾ ਨਾਰਦ ਰਿਸ਼ੀ ਜੀ ਵੀ ਤੁਹਾਡੇ ਕਹੇ ਤੇ ਮੈਂ ਛੱਡ ਦੇਣਾ। ਕਹਿੰਦੇ ਉਸ ਨੂੰ ਪ੍ਰਹਲਾਦ ਦੀ ਮਾਤਾ ਨੂੰ ਛੱਡ ਦਿੱਤਾ ਉਸਨੇ। ਭਗਤ ਨਾਮ ਸੁਨ ਬੰਧਨ ਕੀਨੀ। ਤੋ ਜਲੇ ਸੁਣਿਆ ਵੀ ਇਸ ਮਾਤਾ ਦੇ ਗਰਭ ਵਿੱਚ ਤਾਂ ਰੱਬ ਦਾ ਭਗਤ ਹੈ, ਤੇ ਦੇਵਤਿਆਂ ਨੇ ਤੇ ਭਾਈ ਭਗਤੀ ਚਾਹੀਦੇ ਸਨ। ਫਿਰ ਇੰਦਰ ਦੇਵਤੇ ਨੇ ਉਸ ਮਾਤਾ ਨੂੰ ਨਮਸਕਾਰ ਕੀਤੀ ਵੀ ਧੰਨ ਇਹ ਮਾਤਾ ਹੈ ਜਿਸ ਨੇ ਇਹੋ ਜਿਹੇ ਭਗਤ ਨੂੰ ਜਨਮ ਦੇਣਾ ਹੈ। ਚੌ ਦਸ ਤੀਨ ਪ੍ਰਦਖਨ ਦੀਨੀ। ਬਲਕਿ ਕਹਿੰਦੇ ਨੇ 4 ਚਫੇਰੇ ਮਾਤਾ ਦੇ 3 ਪ੍ਰਕਰਮਾ ਕਰਕੇ ਨਮਸਕਾਰ ਕੀਤੀ, ਇਤਨਾ ਸਤਿਕਾਰ ਕੀਤਾ। ਤਿਹ ਸ਼ਨ ਕਰਨਾ ਕਰ ਮੁਨ ਰਾਇਆ। ਤੋ ਇਸ ਪ੍ਰਕਾਰ ਨਾਰਦ ਮੁਨੀ ਮੁਨੀਆਂ ਦੇ ਰਾਜੇ ਨੇ ਉਸ ਵੇਲੇ ਸੋ ਦਇਆ ਕੀਤੀ ਹੈ। ਕਹਿ ਹਿਤ ਸੋ ਨਿਜ ਆਸ਼ਰਮ ਲਿਜਾਇਆ। ਤੋ ਕਹਿੰਦੇ ਨੇ ਬੜੇ ਪ੍ਰੇਮ ਦੇ ਨਾਲ ਸੋ ਕਹਿੰਦੇ ਮੇਰੀ ਮਾਤਾ ਨੂੰ ਨਾ ਆਪਣੇ ਆਸ਼ਰਮ ਵਿੱਚ ਲੈ ਗਿਆ, ਰਿਸ਼ੀਆਂ ਮੁਨੀਆਂ ਦੇ ਆਸ਼ਰਮ ਵਿੱਚ। ਇਹ ਪੁੱਤਰੀ ਰਹੀਏ ਇਸ ਥਾਨਾ। ਕਹਿਣ ਲੱਗਾ ਹੈ ਪੁੱਤਰ ਤੂੰ ਮੇਰੀ ਧੀ ਵਰਗੀ ਹੈ ਤੇ ਤੂੰ ਨਾ ਇਸ ਆਸ਼ਰਮ ਵਿੱਚ ਬੇਫਿਕਰ ਹੋ ਕਰਕੇ ਰਹੋ ਤੂੰ। ਜਬ ਲਗ ਤਬ ਪਤ ਨਹੀਂ ਮਿਲਾਨਾ। ਜਦੋਂ ਤੱਕ ਤੇਰੇ ਪਤੀ ਜੀ ਤਪ ਕਰਨ ਗਏ ਨੇ, ਜਦੋਂ ਤੱਕ ਆਣ ਕੇ ਤੈਨੂੰ ਮਿਲਦੇ ਨਹੀਂ, ਉਹਨਾਂ ਚਿਰ ਆਸ਼ਰਮ ਵਿੱਚ ਰਹੋ ਤੂੰ ਪ੍ਰੇਮ ਨਾਲ। ਤਬ ਲਗ ਸਭ ਤੇ ਨਿਰਭੈ ਪਾਈ। ਇਸ ਤਰੀਕੇ ਦੇ ਨਾਲ ਨਿਰਭੈ ਹੋ ਕਰਕੇ, ਨਿਡਰ ਹੋ ਕਰਕੇ ਤੂੰ ਰਹੋ ਰਿਖਨ ਦਿਗ ਚਿੰਤ ਬਿਹਾਈ। ਸਾਰੀ ਕਹਿੰਦੇ ਨੇ ਚਿੰਤਾ ਨੂੰ ਦੂਰ ਕਰਕੇ ਇਹਨਾਂ ਰਿਸ਼ੀਆਂ ਦੇ ਢਿੱਗ ਕੋਲ ਰਿਹਾ ਕਰ। ਸੁਨ ਕਰ ਸਭ ਦੁੱਖ ਚਿੰਤਾ ਭਾਗੀ। ਉਹ ਕਹਿੰਦੇ ਜਿਸ ਵੇਲੇ ਇਹ ਬਚਨ ਸੁਣਿਆ ਉਹਦੀ ਵਿਚਾਰੀ ਦੀ ਸਾਰੀ ਕਹਿੰਦੇ ਫਿਕਰ ਦੂਰ ਹੋ ਗਿਆ, ਨਿਚਿੰਤ ਹੋ ਗਈ ਆਸ਼ਰਮ ਵਿੱਚ। ਹਿਤ ਧਰ ਰਿਖਨ ਸੇਵ ਕੋ ਲਾਗੀ। ਬੜਾ ਪ੍ਰੇਮ ਕਰਕੇ ਰਿਸ਼ੀ ਮੁਨੀ ਨਾਰਦ ਮੁਨੀ ਦਾ ਆਸ਼ਰਮ ਸੀ, ਸਾਰੇ ਰਿਸ਼ੀ ਲੋਕ ਸਨ, ਇਹ ਰਿਖੀ ਰਾਜ ਸੀ। ਤੋ ਕਹਿੰਦੇ ਇਸ ਤਰੀਕੇ ਨਾਲ ਸਾਰਿਆਂ ਦੀ ਫਿਰ ਸੇਵਾ ਕਰਨੀ ਸ਼ੁਰੂ ਕਰਤੀ ਰੱਬ ਦੇ ਨਾਮ ਜਪਣ ਵਾਲਿਆਂ ਦੀ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਜਦੋਂ ਕੁਝ ਕੁ ਸਮਾਂ ਇਸ ਤਰੀਕੇ ਨਾਲ ਗੁਜ਼ਰਿਆ ਤਾਂ ਮੁਝ ਉਪਦੇਸਿਓ ਗਿਆਨ ਵਿਸਾਲਾ। ਤਾਂ ਕਹਿੰਦੇ ਨਾਰਦ ਮੁਨੀ ਨੇ ਫਿਰ ਕਹਿੰਦੇ ਬੜਾ ਭਾਰੀ ਮਾਤਾ ਦੇ ਗਰਭ ਵਿੱਚ ਹੀ ਕਹਿੰਦੇ ਫਿਰ ਬੜਾ ਉਪਦੇਸ਼ ਦਿੱਤਾ। ਨਾਰਦ ਮੁਨੀ ਨੂੰ ਪਤਾ ਸੀ ਰੱਬ ਦਾ ਭਗਤ ਹੈ,
ਕਹਿੰਦੇ ਉਦੋਂ ਫਿਰ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਬਹੁਤ। ਰਹੀ ਨਾ ਸੁਧ ਮਾਤਾ ਕੋ ਜਬ ਕੀ। ਤੇ ਉਹ ਮਾਤਾ ਨੂੰ ਤੇ ਉਸ ਟਾਈਮ ਦੀ ਖਬਰ ਨਹੀਂ ਹੈ, ਪਰ ਕਹਿੰਦੇ ਨੇ ਮੈਨੂੰ ਜਿਹੜਾ ਸੀ ਇਉਂ ਉਪਦੇਸ਼ ਮਿਲਿਆ ਸੀ ਨਾਰਦ ਮੁਨੀ ਤੋਂ। ਹਿਰਦੇ ਭਗਤ ਧਾਰੀ ਮੈਂ ਤਬ ਕੀ। ਤੇ ਕਹਿੰਦਾ ਮੈਂ ਤਾਂ ਮਾਤਾ ਦੇ ਗਰਭ ਜਦੋਂ ਪਲਦਾ ਸੀ ਉਦੋਂ ਦੀ ਹੀ ਭਗਤੀ ਧਾਰਨ ਕੀਤੀ ਹੋਈ ਹੈ। ਆ ਹੁਣ ਦੇਖੋ ਆ ਸਾਰੇ ਜਿਹੜੇ ਸਰਚ ਕਰਦੇ ਨੇ ਡਿਸਕਵਰੀ ਵਾਲੇ, ਸੋ ਇਹ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਅਵਸਥਾ ਦੇ ਅਨੁਸਾਰ ਇਹ ਚੈੱਕ ਕਰਦੇ ਨੇ ਵੀ ਬੱਚਾ ਕਿੰਨੇ ਚਿਰ ਦਾ ਗਰਭ ਵਿੱਚ ਹੋਵੇ, ਤੇ ਉਹ ਫਿਰ ਜੋ ਕੁਛ ਮਾਤਾ ਦੇ ਕੋਲ ਹੁੰਦਾ ਬੱਚਾ ਉਹਨੂੰ ਸੁਣਦਾ ਹੈ। ਇਹ ਕਾਫੀ ਇਹ ਹੁਣ ਤਜਰਬੇ ਕਰ ਰਹੇ ਨੇ ਕੰਪਿਊਟਰ ਵਗੈਰਾ ਲਾ ਕੇ, ਵੀ ਜਿਸ ਵੇਲੇ ਬੱਚੇ ਨੂੰ ਸੋ ਮਾਤਾ ਨੂੰ ਬਿਠਾ ਕਰਕੇ ਇੱਦਾਂ ਕਾਰ ਦੇ ਵਿੱਚ ਸੰਗੀਤ ਲਾ ਦਿੰਦੇ ਨੇ, ਤੇ ਫਿਰ ਉਹ ਬੱਚੇ ਦੇ ਨਾਲ ਹੀ ਉਹ ਕੰਪਿਊਟਰ ਲਾਇਆ ਹੁੰਦਾ ਉਹਦਾ ਦੱਸਦਾ, ਤੇ ਬੱਚਾ ਧਿਆਨ ਨਾਲ ਸੁਣਦਾ। ਕਹਿੰਦੇ ਮਾਤਾ ਦੇ ਗਰਭ ਵਿੱਚ ਹੀ ਬੱਚਾ ਜਿਹੜਾ ਉਹ ਸੁਣਦਾ ਹੈ ਤੇ ਉਹਨਾਂ ਸੰਸਕਾਰ ਨੂੰ ਕਬੂਲ ਕਰਦਾ। ਤੋ ਭਗਤ ਪ੍ਰਹਲਾਦ ਜੀ ਕਹਿੰਦੇ ਨੇ ਵੀ ਮੈਂ ਮਾਤਾ ਮੇਰੀ ਨੂੰ ਤਾਂ ਨਹੀਂ ਖਬਰ, ਪਰ ਉਹ ਨਾਰਦ ਮੁਨੀ ਦਾ ਜਿਹੜਾ ਉਪਦੇਸ਼ ਸੀ, ਕਹਿੰਦੇ ਮੈਨੂੰ ਮਾਤਾ ਦੇ ਗਰਭ ਵਿੱਚ ਉਪਦੇਸ਼ ਹੋਇਆ ਸੀ, ਇਉਂ ਕਹਿੰਦੇ ਨੇ ਮਾਤਾ ਨੂੰ ਉਸ ਦੀ ਖਬਰ ਨਹੀਂ ਹੈ। ਸੋ ਅਬ ਤੁਮ ਸੋ ਕਹਿਤ ਸੁਨਾਈ। ਤੇ ਇਸ ਵਾਸਤੇ ਬੱਚਿਆਂ ਨੂੰ ਕਹਿੰਦਾ ਪ੍ਰਹਲਾਦ ਤੁਹਾਨੂੰ ਮੈਂ ਕਹਿ ਕੇ ਸੁਣਾ ਦਿੱਤਾ ਕਿ ਇਉਂ ਜਿਹੜਾ ਇਹ ਮੈਨੂੰ ਗਿਆਨ ਹੋਇਆ ਮੇਰਾ ਗੁਰੂ ਹੈਗਾ, ਨਾਰਦ ਮੁਨੀ ਨੇ ਮੈਨੂੰ ਉਪਦੇਸ਼ ਬਖਸ਼ਿਆ ਸੀ, ਜਿਹਦੇ ਸਦਕੇ ਮੈਨੂੰ ਗਿਆਨ ਹੈ। ਕਰਹੁ ਸਦੀਵ ਵਿਕਾਰ ਬਿਹਾਈ। ਇਸ ਵਾਸਤੇ ਸਦਾ ਵਾਸਤੇ ਜੇ ਤੁਸੀਂ ਆਪਣੇ ਜਨਮ ਨੂੰ ਸਫਲ ਕਰਨਾ ਤੇ ਆ ਮਾੜੇ ਕੰਮ ਵਿਕਾਰਾਂ ਆਦਿਕ ਨੂੰ ਛੱਡ ਦਿਓ। ਘਟ ਵਿਕਾਰ ਆਤਮ ਮਹਿ ਨਾਹੀ। ਦੇਖੋ 6 ਵਿਕਾਰ ਨੇ ਸਰੀਰ ਵਿੱਚ ਵਿਗਾੜ ਜਿਹੜੇ ਹੈ, ਆਤਮਾ ਵਿੱਚ ਨਹੀਂ ਹਨ। ਇਹ ਲਖੀਏ ਸਰਬ ਸਰੀਰਨ ਮਾਹੀ। ਇਹ ਸਰੀਰਾਂ ਦੇ ਵਿੱਚ ਹੀ ਨੇ ਜਨਮ। ਇਹ 6 ਵਿਕਾਰ ਜਿਹੜੇ ਗਿਣੇ ਜਾਂਦੇ ਨੇ, ਜੰਮਣ ਤੇ ਮਰਨਾ ਸਰੀਰ ਦਾ ਧਰਮ ਹੈ। ਇਸ ਪ੍ਰਕਾਰ ਹਰਕਤ ਤੇ ਸੋਗ ਇਹ ਜਿਹੜਾ ਹੈ ਮਨ ਦਾ ਧਰਮ ਹੈ। ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ। ਇਹ ਜਿਹੜੇ 6 ਵਿਕਾਰ ਨੇ ਇਹ ਸਰੀਰ ਵਿੱਚ ਹਨ, ਪਰ ਜਿਹਦੇ ਆਸਰੇ ਸਾਡਾ ਸਰੀਰ ਹੈ ਆਤਮਾ ਵਿੱਚ ਇਹ ਵਿਕਾਰ ਨਹੀਂ ਹਨ। ਜਨਮ ਅਸਤ ਅਰ ਬ੍ਰਿਧ ਪਰਣਾਮਾ। ਕਹਿੰਦੇ ਇਸ ਪ੍ਰਕਾਰ ਜਿਹੜਾ ਹੁੰਦਾ, ਇਸ ਪ੍ਰਕਾਰ ਜਨਮ ਹੁੰਦਾ ਹੈ ਤੇ ਫਿਰ ਬਜ਼ੁਰਗ ਹੋਣਾ ਤੇ ਪਰਿਣਾਮਾ ਜਿਹੜਾ ਸਰੀਰ ਜਦੋਂ ਪਹਿਲਾਂ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬਿਰਧ ਹੁੰਦਾ, ਇਹ ਪਰਿਣਾਮ ਕਹੀਦਾ ਵੀ ਤਬਦੀਲੀ ਆਉਂਦੀ ਸਰੀਰ ਵਿੱਚ। ਖੀਣ ਹੋਣ ਮਰਨੋ ਦੁੱਖ ਧਾਮਾ। ਫਿਰ ਕਮਜ਼ੋਰ ਹੋ ਜਾਣਾ, ਫਿਰ ਮੌਤ ਹੋ ਜਾਣੀ, ਦੁੱਖਾਂ ਦਾ ਘਰ ਸਰੀਰ ਹੈ ਇਹ। ਆਤਮ ਇਨ ਤੇ ਰਹੀ ਨਿਆਰੋ। ਪਰ ਇਹਦੇ ਵਿੱਚ ਰਹਿੰਦਾ ਹੋਇਆ ਹੀ ਆਤਮਾ ਸਰੀਰ ਤੋਂ ਨਿਆਰਾ ਰਹਿੰਦਾ ਹੈ। ਜਿਉ ਜਲ ਕਮਲ ਦਲਨ ਨਿਰਧਾਰੋ। ਜਿਸ ਤਰੀਕੇ ਨਾਲ ਪਾਣੀ ਵਿੱਚ ਕਮਲ ਦੀਆਂ ਪੱਤੀਆਂ ਨਿਰਲੇਪ ਰਹਿੰਦੀਆਂ ਹਨ, ਇਉਂ ਆਤਮਾ ਸਾਡੇ ਸਰੀਰ ਦੇ ਵਿੱਚ ਹੀ ਨਿਰਲੇਪ ਰਹਿੰਦਾ ਹੈ। ਸੁਧ ਵਿਆਪਕ ਆਵਾਜੂ ਸੋ। ਤੋ ਕਹਿੰਦੇ ਇਸ ਪ੍ਰਕਾਰ ਉਹ ਜਿਹੜੀ ਆਤਮਾ ਉਹ ਸ਼ੁੱਧ ਹੈ ਤੇ ਵਿਆਪਕ ਸਾਰੇ ਵਿਆਪਕ ਹੈ, ਅਭੈ ਅੰਗਾਂ ਤੋਂ ਬਿਨਾਂ ਹੈ। ਐਸਾ ਹੈ ਸਾਡੇ ਆਤਮਾ ਦਾ ਸਰੂਪ ਜਿਹੜਾ ਹੈ। ਸਰਬ ਸਰੀਰਨ ਆਸਰੈ ਜੋ। ਸਾਡੇ ਸਾਰੇ ਹੀ ਸਰੀਰਾਂ ਦਾ ਆਸਰਾ ਆਤਮਾ ਹੀ ਹੈ, ਜਿਹਦੇ ਆਸਰੇ ਸਾਡੇ ਸਰੀਰ ਜੀਵਨ ਨੂੰ ਪ੍ਰਾਪਤ ਹਨ। ਸਤ ਸਦੀਵ ਆਨੰਦ ਅਨੂਪਾ। ਤੇ ਆਤਮਾ ਜਿਹੜੀ ਉਹ ਸਦਾ ਵਾਸਤੇ ਹੀ ਸੱਚ ਤੇ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਰੂਪ ਹੈ ਆਤਮਾ ਦਾ। ਸੋ ਤੁਮ ਜਾਣੋ ਆਪਨ ਸਰੂਪਾ। ਇਸ ਵਾਸਤੇ ਬੱਚਿਆਂ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਿਹਾ ਹੈ ਭਗਤ ਪ੍ਰਹਲਾਦ। ਕਹਿੰਦੇ ਉਹ ਤੁਹਾਡਾ ਆਤਮਾ ਦਾ ਆਪਣਾ ਨਿਜ ਸਰੂਪ ਹੈ, ਤੋ ਉਸ ਨੂੰ ਕਿਹਾ ਭਾਈ ਤੁਹਾਡਾ ਨਿਜ ਘਰ ਹੈ, ਨਿਜ ਸਰੂਪ ਹੈ ਆਪਦਾ। ਲਸਵਰ ਦੇਹ ਪਦਾਰਥ ਜੇਤੇ। ਜਿੰਨੇ ਪਦਾਰਥ ਨੇ ਤੇ ਜਿੰਨੇ ਸਰੀਰ ਨੇ ਇਹ ਸਾਰੇ ਨਾਸਵੰਤ ਨੇ। ਆਤਮਾ ਹੀ ਜਿਹੜੀ ਹੈ ਉਹ ਨਾਸ ਤੋਂ ਰਹਿਤ ਹੈ। ਮੈਂ ਮੇਰੀ ਤਜ ਦੇਹੋ ਇਨ ਤੇ। ਇਸ ਵਾਸਤੇ ਪਦਾਰਥਾਂ ਦੀ ਇਹ ਦੇਹ ਜਿਹੜਾ ਸਰੀਰ ਹੈ ਇਹ ਮੇਰਾ ਸਰੀਰ ਹੈ, ਮੈਂ ਹਾਂ। ਕਹਿੰਦਾ ਮੈਂ ਤੇ ਮੇਰੀ ਪਦਾਰਥਾਂ ਦੀ ਇਹ ਸਰੀਰ ਦੀ ਇਹ ਮੇਰ ਛੱਡੋ, ਇਹੋ ਹੀ ਤਾਂ ਹਉਮੈ ਹੈ, ਇਹਦਾ ਹੀ ਤਿਆਗ ਕਰਨਾ ਹੈ। ਪਰਕ੍ਰਿਤ ਮੂਲ ਮਹਿ ਤਤ ਉਪਾਵਾ। ਇਹ ਸਾਂਖ ਸ਼ਾਸਤਰ ਦਾ ਸਿਧਾਂਤ ਦੱਸ ਰਹੇ ਨੇ ਭਈ ਕਹਿੰਦੇ ਪਹਿਲਾਂ ਜਿਹੜੀ ਪ੍ਰਕਿਰਤੀ ਹੈ ਉਹ ਮੂਲ ਰੂਪ ਹੈ। ਅਹੰਕਾਰ ਤਨ ਮਾਤਰ ਬਨਾਵਾ। ਉਸ ਤੋਂ ਬਾਅਦ ਕਹਿੰਦੇ ਅਹੰਕਾਰ ਬਣਿਆ, ਫਿਰ ਤਨ ਮਾਤਰਾ ਜਿਹੜੀਆਂ ਇਸ ਪ੍ਰਕਾਰ ਬਣੀਆਂ ਹਨ। ਇੰਦਰੀ ਏਕਾਦਸ ਪ੍ਰਕਾਰ। ਫਿਰ 11 ਇੰਦਰੀਆਂ ਸਾਡੀਆਂ ਨੇ, ਕਰਮ ਇੰਦਰੀ, ਗਿਆਨ ਇੰਦਰੀ ਤੇ ਮਨ।
ਇਹਨਾਂ ਦਾ ਪ੍ਰਗਟਾਵਾ ਹੋਇਆ ਹੈ। ਪੰਚ ਭੂਤ ਹੈ ਸਰਬ ਪਸਾਰਾ, ਤੇ ਪੰਜਾਂ ਤੱਤਾਂ ਤੋਂ ਸਾਰਾ ਪਸਾਰਾ ਸੰਸਾਰ ਦਾ ਹੋਇਆ ਹੈ। ਪੁਰਖ ਏਕ ਸਭ ਥਾਨ ਪਛਾਨੋ, ਪੁਰਖ ਇੱਕੋ ਹੀ ਸਾਰੇ ਪਾਸੇ ਵਿਆਪਕ ਹੈ, ਜਿਹੜਾ ਇਹ ਸਾਡੇ ਗੁਰੂ ਘਰ ਦਾ ਸਿਧਾਂਤ ਹੈ ਅਸੰਗ ਇਨ ਆਸਰਾ ਜਾਨੋ। ਤੋ ਕਹਿੰਦੇ ਨੇ ਸਾਰਿਆਂ ਦਾ ਆਸਰਾ ਜ਼ਰੂਰ ਹੈ, ਉਹ ਜਿਹੜਾ ਪੁਰਖ ਹੈ ਵਿਆਪਕ ਹੈ, ਪਰ ਕਹਿੰਦੇ ਰਹਿੰਦਾ ਅਸੰਗ ਹੈ। ਪਾਪ ਪੁੰਨ ਕਾ ਉਸ ਲੇਪ ਨਾ ਲਾਗੈ, ਘਟ ਘਟ ਅੰਤਰ ਸਦ ਹੀ ਜਾਗੈ। ਉਹ ਆਤਮ ਸਰੂਪ ਜਿਹੜਾ ਨਾ ਨਿਰਲੇਪ ਹੈ। ਜਿਉ ਮਾਲਾ ਕੇ ਮਨਕਨ ਮਾਹੀ, ਜਿਸ ਤਰ੍ਹਾਂ ਮਾਲਾ ਦੇ ਮਣਕਿਆਂ ਸਾਰਿਆਂ ਦੇ ਵਿੱਚ ਏਕ ਸੂਤ ਸਭ ਹਿਨ ਮਹਿ ਆਹੀ, ਸਾਰਿਆਂ ਦੇ ਵਿੱਚ ਇੱਕੋ ਸੂਤ ਹੁੰਦਾ, ਜਿਸ ਤਰ੍ਹਾਂ ਇਹ ਵਾਹਿਗੁਰੂ ਪਰਮੇਸ਼ਰ ਜੀਵਾਂ ਰੂਪ ਜੂਨਾ ਰੂਪ ਮਣਕੇ ਨੇ। ਪਰਮੇਸ਼ਰ ਆਤਮ ਸੱਤਿਆ ਕਰਕੇ ਸੂਤ ਰੂਪ ਹੋ ਕੇ ਸਾਰਿਆਂ ਵਿੱਚ ਹੀ ਵਿਆਪਕ ਹੈ। ਤੀਨ ਅਵਸਥਾ ਤਾਹਿ ਨਾ ਕੋਈ, ਉਸ ਮਾਲਕ ਸਾਡਾ ਨਿਜ ਸਰੂਪ ਆਤਮ ਸਰੂਪ ਹੈ, ਉਹਦੇ ਵਿੱਚ ਤਿੰਨ ਅਵਸਥਾ ਬਾਲਕ ਜਵਾਨੀ ਤੇ ਬਿਰਧ ਨਹੀਂ ਹਨ। ਇਹ ਤੁਰੀ ਸਾਖੀ ਹੈ ਸੋਈ, ਤੋ ਭਾਈ ਉਹ ਤੁਰਿਆ ਰੂਪ ਹੈ, ਸਾਖੀ ਰੂਪ ਹੈ। ਐਸਾ ਹੈ ਸਾਡਾ ਆਤਮ, ਉਹ ਜੋ ਹੈ ਪੁਰਖ ਪਰਮੇਸ਼ਰ ਜੋ ਸਰਬ ਵਿਆਪਕ ਹੈ। ਐਸੋ ਜੇ ਨਿਜ ਲਖੋ ਸਰੂਪਾ, ਕਹਿੰਦੇ ਜੇ ਅਗਰ ਐਹੋ ਜਿਹੇ ਆਪਣੇ ਸਰੂਪ ਨੂੰ ਤੁਸੀਂ ਜਾਣ ਲਓਗੇ, ਪਾਵੋਗੇ ਤਬ ਆਨੰਦ ਅਨੂਪਾ। ਉਪਮਾ ਤੋਂ ਰਹਿਤ ਆਨੰਦ ਮਿਲੇਗਾ, ਬਹੁਤ ਖੁਸ਼ ਤੇ ਆਨੰਦ ਰਹੋਗੇ। ਜਨਮ ਮੂਲ ਜਾਨੋ ਅਗਿਆਨਾ, ਇਹ ਅਗਿਆਨ ਹੀ ਜਿਹੜਾ ਇਹੋ ਸਾਡੇ ਜਨਮ ਦਾ ਮੁੱਢ ਹੈ। ਅਗਿਆਨ ਕਰਕੇ ਹੀ ਜਨਮ ਮਰਨ ਹੁੰਦਾ ਹੈ ਜੀਵ ਦਾ। ਪਾਪ ਪੁੰਨ ਕੋ ਧਰ ਕਰ ਮਾਨਾ, ਤੇ ਇਸ ਪ੍ਰਕਾਰ ਜਿਸ ਕਰਕੇ ਕਹਿੰਦੇ ਜੀਵ ਜਿਹੜਾ ਪਾਪ ਤੇ ਪੁੰਨ ਨੂੰ ਮੰਨਦਾ ਹੈ, ਅਨਕ ਜੋਨ ਪਾਵਹੁ ਦੁਖ ਭਾਰੀ, ਬੜਾ ਭਾਰੀ ਅਨੇਕ ਜੂਨਾਂ ਵਿੱਚ ਅਗਿਆਨ ਕਰਕੇ ਭਾਰੀ ਦੁੱਖ ਪ੍ਰਾਪਤ ਕਰੋਗੇ। ਜਾਏ ਵਾਸਨਾ ਕੇ ਅਨੁਸਾਰੀ, ਜਿਹੋ ਜਿਹੀ ਵਾਸ਼ਨਾ ਹੋਗੀ ਮਨ ਵਿੱਚ, ਉਹਦੇ ਅਨੁਸਾਰੀ ਜੂਨਾਂ 'ਚ ਜਾਂਦਾ ਹੈ ਜੀਵ। ਸੋ ਉਰਤੇ ਪਰ ਹਰ ਬਿਦ ਨੀਕੇ, ਭਲੀ ਪ੍ਰਕਾਰ ਕਹਿੰਦੇ ਇਸ ਨੂੰ ਦੂਰ ਕਰੋ ਮਨ ਦੇ ਵਿੱਚੋਂ। ਪਾਵਹੁ ਆਨੰਦ ਭਾਵ ਤੇ ਜੀ ਕੇ, ਤੇ ਇਸ ਪ੍ਰਕਾਰ ਮਨ ਭਾਉਂਦੇ ਆਨੰਦ ਪ੍ਰਾਪਤ ਕਰੋਗੇ ਜੇ ਪਰਮੇਸ਼ਵਰ ਦੀ ਭਗਤੀ ਕਰੋਗੇ। ਨਾਰਦ ਜਿਹ ਬਿਦ ਮੁਝੇ ਸੁਨਾਵਾ, ਦੇਖੋ ਭਾਈ ਜਿੱਦਾਂ ਨਾਰਦ ਮਨੁ ਉਪਦੇਸ਼ਿਆ, ਜਿਵੇਂ ਨਾਰਦ ਮੁਨੇ ਮੈਨੂੰ ਉਪਦੇਸ਼ ਦਿੱਤਾ ਗਿਆਨ ਇਹ ਪ੍ਰਕਾਰ ਅਬ ਤੁਮ ਪ੍ਰਤ ਗਾਵਾ, ਤੇ ਮੈਂ ਇਸ ਤਰੀਕੇ ਨਾਲ ਤੁਹਾਨੂੰ ਉਸੇ ਤਰੀਕੇ ਨਾਲ ਕਹਿ ਕੇ ਸੁਣਾ ਦਿੱਤਾ ਹੈ। ਅਰਪਹੁ ਕਰਮ ਬਿਸਨ ਪਗ ਮਾਹੀ, ਇਸ ਪ੍ਰਕਾਰ ਜਿੰਨੇ ਵੀ ਕਰਮ ਕਰਨੇ ਨੇ ਭਗਵਾਨ ਜੀ ਨੂੰ ਅਰਪਣ ਕਰ ਦਿਓ। ਜਿੰਨੇ ਵੀ ਸ਼ੁਭ ਕਰਮ ਨੇ ਤੇ ਸ਼ੁਭ ਕਰਮ ਕਰੋ, ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰ ਦਿਓ, ਵਾਹਿਗੁਰੂ ਤੁਸੀਂ ਹੀ ਕਰਾਏ ਹਨ। ਹੋਵੇ ਨਿਹਕਾਮ ਨਾਮ ਭਜ ਤਾਹੀ, ਇਉਂ ਕਹਿੰਦੇ ਨੇ ਨਿਸ਼ਕਾਮ ਹੋ ਕਰਕੇ ਉਸ ਪਰਮੇਸ਼ਵਰ ਦਾ ਨਾਮ ਜਪੋ। ਸੁਨ ਉਪਦੇਸ਼ ਸਭੇ ਤਬ ਬਾਲਕ, ਸਾਰੇ ਬੱਚਿਆਂ ਨੇ ਜਦੋਂ ਇਸ ਤਰ੍ਹਾਂ ਦਾ ਉਪਦੇਸ਼ ਸੁਣਿਆ, ਉਪਜੀ ਭਗਤ ਰਿੱਧੇ ਦੁਖ ਘਾਲਕ, ਸਾਰੇ ਦੁੱਖਾਂ ਨੂੰ ਦੂਰ ਕਰਨ ਲਈ ਰੱਬ ਦੀ ਭਗਤੀ ਹੋਣਾ। ਦੈਂਤਾਂ ਦੇ ਬੱਚੇ ਉਹਨਾਂ ਨੂੰ ਕਹਿੰਦੇ ਭਗਤ ਬਣਾ ਦਿੱਤਾ ਇਸ ਬਾਲਕ ਰੂਪ ਵਿੱਚ ਪ੍ਰਹਲਾਦ ਨੇ। ਸਿਮਰਨ ਲੱਗੇ ਨਾਮ ਸੁਖਕਾਰੀ, ਜਿਸ ਵੇਲੇ ਕਹਿੰਦੇ ਵੀ ਠੀਕ ਹੈ ਚੰਗਾ ਫਿਰ ਜਪੋ ਨਾਮ, ਤਾਂ ਕਹਿੰਦੇ ਜਿਸ ਤਰ੍ਹਾਂ ਬਾਣੀ ਵਿੱਚ ਵੀ ਕਿਹਾ ਹੈ ਕਿ ਰਾਮ ਕਹਿ ਕਰ ਤਾਲ ਬਜਾਵੇ ਚਟਿਆ ਸਭੇ ਬਿਗਾਰੇ, ਰਾਮ ਨਾਮਾ ਜਪਬੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਧਰੈ। ਤੇ ਪ੍ਰਹਲਾਦ ਨਾਲ ਆਪ ਜਪਦਾ, ਨਾਲ ਸਾਰੇ ਬੱਚਿਆਂ ਨੂੰ ਜਪਾਉਂਦਾ ਹੈ। ਹਰ ਗੁਣ ਗਾਏ ਪ੍ਰੇਮ ਕਰ ਭਾਰੀ, ਬੜਾ ਭਾਰੀ ਪ੍ਰੇਮ ਕਰਕੇ ਹਰੀ ਦੇ ਗੁਣਾਂ ਨੂੰ ਪ੍ਰੇਮ ਵਿੱਚ ਗਾਉਂਦੇ ਬੱਚੇ। ਉਠਤ ਬੈਠਤ ਗਵਨਤ ਤਬ ਹੀ, ਜਿਸ ਲਈ ਮਨ ਨੂੰ ਚੀਜ਼ ਪਿਆਰੀ ਲੱਗਦੇ, ਹੁਣ ਬੱਚੇ ਜਿਹੜੇ ਚੰਗਾ ਲੱਗਾ ਹੈ ਤੇ ਜਿਹੜੀਆਂ ਇਸ ਪਰ ਰੱਬ ਦੇ ਸੋਹਲੇ ਗਾਏ ਭਗਤ ਨੇ, ਕਹਿੰਦੇ ਇਹ ਬੱਚੇ ਹੁਣ ਬਹਿੰਦੇ ਉੱਠਦੇ ਉਹੀ ਗਾਈ ਜਾਂਦੇ ਆ ਸਾਰੇ। ਨਾਮ ਪੁਕਾਰ ਹੈ ਹਰ ਹਰ ਸਭ ਹੀ, ਸਾਰੇ ਬੱਚੇ ਹਰ ਹਰ ਪਰਮੇਸ਼ਵਰ ਦਾ ਨਾਮ ਹਰੀ ਦਾ ਉਚਾਰਦੇ ਹਨ। ਸ਼ੁਕਰ ਸਵਾਨ ਅਸ ਰੀਤ ਬਿਲੋਕੀ, ਜਿਸ ਵੇਲੇ ਸਾਰੀ ਜਿਹੜੀ ਪਾਠਸ਼ਾਲਾ ਦੇ ਬੱਚੇ ਸਨ, ਪਾਠਸ਼ਾਲਾ ਦੇ, ਜਦੋਂ ਇਹ ਸ਼ੁਕਰ ਦੇ ਜਿਹੜੇ ਪੁੱਤਰ ਸਨ ਦੋਵੇਂ ਹੀ ਸੰਡਾ ਮਰਕਾ, ਇਹਨਾਂ ਦੇਖਿਆ ਜਿਸ ਵੇਲੇ ਵੀ ਸਾਰੇ ਬੱਚੇ ਤੇ ਲਾਪੇ ਰਾਮ ਰਾਮ ਜਪਣ ਪਰਮੇਸ਼ਵਰ ਦਾ ਭਗਤੀ ਕਰਦੇ ਹਨ। ਭੀ ਕੁਚਾਲ ਲਖ ਸਭ ਮਤ ਸ਼ੋਕੀ, ਸਾਰੇ ਕਹਿੰਦੇ ਇਹਨਾਂ ਨੂੰ ਬੜਾ ਫਿਕਰ ਹੋ ਗਿਆ ਵੀ ਇਹ ਤੇ ਖੋਟੀ ਚਾਲ ਚੱਲ ਗਈ, ਅਸੀਂ ਪੜਾਉਣਾ ਕੁਛ ਸੀ ਇਹਨਾਂ ਨੂੰ ਵੀ, ਤੇ ਇਹ ਤਾਂ ਕਹਿੰਦੇ ਭਗਤੀ ਕਰਨ ਲੱਗ ਗਏ ਹਨ। ਜਸ ਪਦ ਲੀਨ ਆਪਣੇ ਸਾਥਾ, ਤੇ ਝੱਟ ਕਹਿੰਦੇ ਨੇ ਇਹਨੇ ਕਿਹਾ ਵੀ ਆ ਇਕੱਲੇ ਦਾ ਹੀ ਕੰਮ ਹੈ, ਕਹਿੰਦੇ ਫੜ ਕੇ ਪ੍ਰਹਲਾਦ ਨੂੰ ਤੇ ਕਹਿੰਦੇ ਝੱਟ ਲੈ ਕਰਕੇ ਨਾਲ ਆ ਗਏ ਹਨ। ਗਏ ਹੋ ਤੋ ਜਹ ਦਾਨਵ ਨਾਥਾ, ਤੇ ਉੱਥੇ ਚਲੇ ਗਏ ਜਿੱਥੇ ਹਰਨਾਕਸ਼ ਬੈਠਾ ਹੋਇਆ ਸੀ। ਨਿਜ ਸੁਤ ਕੋ ਅਬ ਰਖੋ ਅਗਾਰਾ, ਕਹਿਣ ਲੱਗੇ ਆ ਫੜ ਪਈ ਆਪਣਾ ਪੁੱਤਰ, ਆਪਣੇ ਘਰ ਵਿੱਚ ਹੀ ਰੱਖ ਤੋ ਇਹਨੂੰ। ਸਰਬ ਬਿਗਾਰੀ ਇਨ ਚਟ ਸਾਰਾ, ਜਿੰਨੀ ਚਟਸਾਲ ਹੈ ਨਾ ਸਾਡੀ ਪਾਠਸ਼ਾਲਾ ਬੱਚਿਆਂ ਦਾ ਸਕੂਲ, ਉਹ ਸਾਰਾ ਹੀ ਵਿਗਾੜ ਦਿੱਤਾ ਇਹਨ ਕੱਲੇ ਨੇ। ਰੰਚਕ ਡਰ ਨਹ ਮਨ ਮਹਿਮਾਨੇ, ਇਹਨੂੰ ਬਥੇਰਾ ਡਰ ਪਾਏ ਤੇ ਰਾਈ ਜਿਹਾ ਡਰਦਾ ਹੀ ਨਹੀਂ ਕਿਸੇ ਤੋਂ। ਨਿਰਭਉ ਬਾਲਕ ਮੂਲ ਨਾ ਡਰੀ ਮੇਰੇ ਅੰਤਰ ਗੁਰ ਗੋਪਾਲਾ,
ਇਹ ਤਾਂ ਡਰਦਾ ਹੀ ਨਹੀਂ ਹੈ। ਭਗਤ ਕਰਨ ਸਭ ਬਾਲ ਸਿਖਾਨੇ, ਕਹਿੰਦੇ ਸਾਰਿਆਂ ਬੱਚਿਆਂ ਨੂੰ ਕਹਿੰਦੇ ਪਰਮੇਸ਼ਵਰ ਦੀ ਭਗਤੀ ਲਾਤਾ ਇਹਨੇ ਤਾਂ। ਦੈਂਤ ਰਾਜ ਅਗਿਆਨ ਅਰੂੜਾ, ਕਹਿੰਦੇ ਨੇ ਹੁਣ ਇਹ ਜਿਹੜਾ ਹਰਨਾਗ ਸੀ ਇਹ ਤਾਂ ਹੁਣ ਅਗਿਆਨੀ ਸੀ, ਕਿਉਂ ਇਹ ਤੇ ਰੱਬ ਦਾ ਬੈਰੀ ਬਣਿਆ ਹੋਇਆ ਸੀ। ਮਨ ਹੰਕਾਰ ਵੱਡੋ ਮਤ ਮੂਢਾ, ਮੂਰਖ ਮਤ ਵਾਲੇ ਨੂੰ ਮਨ ਵਿੱਚ ਹੰਕਾਰ ਬੜਾ ਸੀ। ਮੈਂ ਤਾਂ ਕਹਿੰਦੇ ਵਰਦਾਨ ਲਏ ਹੋਏ ਨੇ ਬ੍ਰਹਮਾ ਜੀ ਤੋਂ, ਤੇ ਇਹ ਮੰਨੀ ਬੈਠਾ ਸੀ ਮੈਂ ਹੀ ਰੱਬ ਬਣ ਗਿਆ। ਜਾਗਿਓ ਹਿਰਦੇ ਕ੍ਰੋਧ ਵਿਸਾਲਾ, ਬੜਾ ਮਨ ਚ ਕ੍ਰੋਧ ਇਸ ਦੇ ਆ ਗਿਆ, ਬੜਾ ਗੁੱਸੇ ਵਿੱਚ ਆਇਆ ਹੈ। ਮਨੋ ਦੂਸਰੀ ਪ੍ਰਗਟੀ ਜਵਾਲਾ, ਮਾਨੋ ਕਿ ਜਿਵੇਂ ਦੂਜੀ ਅੱਗ ਹੀ ਪ੍ਰਗਟ ਹੋਏ, ਅੱਗ ਰੂਪ ਹੀ ਹੋ ਗਿਆ ਇਹੋ ਜਿਹਾ। ਤਿਰਸੇ ਕਰਕੇ ਨੈਣ ਤਰੇ ਤਰੇਰੇ, ਕਹਿੰਦੇ ਬੜੇ ਟੇਢੇ ਜੇ ਬੜੇ ਤਿਰਛੇ ਨੈਣ ਕਰਕੇ ਲਾਲ ਇਸੇ ਅੱਖਾਂ ਲਾਲ ਕਰਕੇ ਕ੍ਰੋਧ ਵਿੱਚ ਬੋਲਤ ਭਾਦੁਰ ਬਚਨ ਕਨੇਰੇ, ਕਹਿੰਦੇ ਵੀ ਬਹੁਤ ਮਾੜੇ ਬਚਨ ਬੋਲਿਆ ਉਸ ਕ੍ਰੋਧ ਵਿੱਚ ਆ ਕੇ। ਮੰਦਮਤੀ ਰੇ ਮੂਡ ਕੋ ਭਾਗੀ, ਉਹ ਮੰਦੀ ਮਤ ਵਾਲਿਆ ਕਹਿੰਦੇ ਖੋਟੇ ਭਾਗਾਂ ਵਾਲਿਆ। ਮਹਾ ਅਦਮ ਕੁਲ ਰੀਤ ਤਿਆਗੀ, ਕੁਲ ਦੀ ਤੂੰ ਮਰਜ਼ਾਦਾ ਤਿਆਗ ਦਿੱਤੀ ਹੈ, ਬੜਾ ਮਹਾਨ ਮੂਰਖ ਹੈ ਤੂੰ। ਕਾਲ ਨਿਕਟ ਆਵਾ ਅਬ ਤੇਰੇ, ਹੁਣ ਦੇਖ ਤੇਰੀ ਤਾਂ ਮੌਤ ਨੇੜੇ ਆ ਗਈ ਲੱਗਦੀ ਐ। ਆਇਸ ਮੇਟਤ ਹੋਵਤ ਮੇਰੇ, ਕਹਿੰਦੇ ਮੇਰਾ ਪੁੱਤਰ ਹੋ ਕੇ ਮੇਰਾ ਹੁਕਮ ਨਹੀਂ ਮੰਨਦਾ, ਹੁਣ ਤੇਰੀ ਮੌਤ ਆ ਗਈ। ਕਹਿੰਦੇ ਇਉਂ ਕ੍ਰੋਧ ਵਿੱਚ ਬੜਾ ਕੁਝ ਬੋਲਿਆ। ਕਿਹ ਬਲ ਕੇ ਅਲੰਬ ਕੁਲ ਘਾਤੀ, ਕਹਿੰਦੇ ਸਾਰੀ ਕੁਲ ਦੇ ਨਾਸ ਕਰਨ ਵਾਲੇ ਕੁਲ ਘਾਤੀਆ, ਕਿਹਦੇ ਆਸਰੇ ਤੂੰ ਆਹ ਗੱਲਾਂ ਕਰਦਾ ਹੈ। ਅਸ ਕਹਿ ਹਨੀ ਲਾਤ ਮਮ ਛਾਤੀ, ਕਹਿੰਦੇ ਇਉਂ ਕਹਿ ਕੇ ਛਾਤੀ ਵਿੱਚ ਲੱਤ ਮਾਰੀ 5 ਸਾਲ ਦੇ ਬੱਚੇ ਦੇ। ਬਿਖਸੀ ਬਾਣੀ ਬਰਕਤ ਬਕਤ ਬਹੋਰੀ, ਤੇ ਫਿਰ ਕਹਿੰਦੇ ਇਸ ਪ੍ਰਕਾਰ ਜ਼ਹਿਰ ਵਰਗੀ ਕਹਿੰਦੇ ਬਾਣੀ ਬੋਲੀ ਗਿਆ ਹੋ। ਬੋਲਿਓ ਮੈਂ ਤਬ ਦੋਏ ਕਰ ਜੋਰੀ, ਕਹਿੰਦੇ ਫਿਰ ਭਗਤ ਜੀ ਨਿਮਰਤਾ ਦੇਖੋ, ਕਹਿੰਦੇ ਨੇ ਲੱਤ ਮਾਰੀ ਛਾਤੀ 'ਚ, ਭਾਵੇਂ ਦੂਰ ਸੁੱਟ ਦਿੱਤਾ, ਉੱਠ ਕੇ ਹੱਥ ਜੋੜ ਕੇ ਕਹਿੰਦਾ ਫਿਰ ਮੈਂ ਬੇਨਤੀ ਕੀਤੀ, ਇਉਂ ਕਿਹਾ ਪਿਤਾ ਜੋ ਕਰਹੁ ਕ੍ਰੋਧ ਇਤ ਬਾਦੂ, ਕਹਿਣ ਲੱਗਾ ਕਹਿੰਦੇ ਪਿਤਾ ਜੀ ਆ ਵਿਅਰਥ ਕ੍ਰੋਧ ਕਿਉਂ ਕਰਦੇ ਹੋ ਤੁਸੀਂ, ਇੰਨਾ ਕਿਉਂ ਗੁੱਸੇ ਵਿੱਚ ਆਏ ਹੋ। ਕੈਸੇ ਬਿਖ ਸਮ ਬੋਲਤ ਨਾਦੂ, ਹਾਂ ਜਿਹੜੇ ਬਚਨ ਕਹਿੰਦੇ ਜ਼ਹਿਰ ਵਰਗੇ ਕੌੜੇ, ਕਹਿੰਦੇ ਐਵੇਂ ਬਚਨ ਬੋਲੀ ਜਾਂਦਾ ਹੈ ਤੂੰ। ਨਹਿ ਤਵ ਬਲ ਨਹਿ ਮਮ ਬਲ ਕੋਊ, ਦੇਖ ਨਾ ਤੇਰਾ ਹੀ ਕੋਈ ਬਲ ਹੈ ਤੇ ਨਾ ਮੇਰਾ ਹੀ ਬਲ ਹੈ ਕੋਈ, ਇਹ ਤਾਕਤ ਸਾਡੀ ਆਪਣੀ ਨਹੀਂ ਹੈ। ਬਲੀ ਅਪਰ ਆਸਰਾ ਜਗ ਸੋਊ, ਉਹ ਕਹਿੰਦੇ ਨੇ ਸਾਰੇ ਜਗਤ ਦਾ ਆਸਰਾ ਜਿਹੜਾ ਨਾ ਉਹ ਬਲੀ ਪਰਮੇਸ਼ਰ ਜਿਹੜਾ ਹੋਰ ਹੈ, ਜੋ ਸਾਰਿਆਂ ਨੂੰ ਬਲ ਦਿੰਦਾ ਹੈ। ਇਹ ਥਾਵਰ ਜੰਗਮ ਕੀਟ ਵਿਧਾਤਾ, ਇਸ ਪ੍ਰਕਾਰ ਥਾਵਰ ਤੇ ਜੰਗਮ ਜਿਹੜੇ ਇੱਕ ਤਾਂ ਜੜ ਤੇ ਚੇਤਨ ਜਿਤਨੇ ਵੀ, ਤੇ ਇਸ ਪ੍ਰਕਾਰ ਕੀੜੀ ਤੋਂ ਲੈ ਕਰਕੇ ਬ੍ਰਹਮਾ ਤੱਕ ਜਿਤਨੇ ਜੀਵ ਜੰਤੂ ਹਨ ਸਾਰੇ, ਜੇ ਬਸ ਕਰ ਸਭ ਰਾਖੇ ਤਾਤਾ, ਜਿਸ ਮਾਲਕ ਹੈ ਪਿਤਾ ਜੀ, ਜਿਸ ਮਾਲਕ ਨੇ ਆਪਣੇ ਬਲ ਦੇ ਨਾਲ ਸਭਨਾਂ ਨੂੰ ਕਹਿੰਦੇ ਨੇ ਆਪਣੇ ਅਧੀਨ ਕਰਕੇ ਰੱਖਿਆ ਹੋਇਆ ਹੈ। ਅਤ ਬਲਸਟ ਕਾਲ ਹੋ ਕਰ ਕਾਲੂ, ਤੋ ਕਹਿੰਦੇ ਬਹੁਤ ਬਲੀ ਆ, ਬਲਿਸ਼ਟ ਬਹੁਤ ਬਲੀ ਹੈ ਉਹ ਪਰਮੇਸ਼ਵਰ ਜਿਹੜਾ ਹੈ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਖਾਏ ਸਭ ਹੈ ਮੇਂਢਕ ਜਿਉ ਬਿਆਲੂ, ਬਿਆਲੂ ਜਿਸ ਤਰੀਕੇ ਨਾਲ ਅਜਗਰ ਸੱਪ ਡੱਡੂ ਨੂੰ ਖਾ ਜਾਂਦਾ ਨਾ, ਇਉਂ ਸਾਰੇ ਜਗਤ ਨੂੰ ਇੰਨੀ ਸਮਰੱਥਾ ਦਾ ਮਾਲਕ ਆ, ਝਟ ਖਪਤ ਕਰ ਜਾਵੇ ਉਹ। ਬਲ ਜੋ ਮਨ ਤਨ ਬਿਖੇ ਰੱਖੀ ਕੰ, ਜੋ ਬਲ ਸਾਡੇ ਮਨ ਵਿੱਚ ਹੈ, ਤਨ ਵਿੱਚ ਹੈ, ਸਾਡੇ ਸਰੀਰ ਦੇ ਹੱਥਾਂ ਪੈਰਾਂ ਇੰਦਰੀਆਂ ਵਿੱਚ ਜਿੰਨੀ ਵੀ ਤਾਕਤ ਹੈ ਨਾ, ਇਹ ਜਾਨੋ ਤੇ ਪ੍ਰਸਾਦ ਬਿਦ ਨੀਕੰ, ਚੰਗੇ ਤਰ੍ਹਾਂ ਕਿ ਨਾ ਜਾਣ ਲਾ ਇਹ ਤਾਕਤ ਸਾਰੀ ਉਹਦੀ ਆ, ਮੈਨੂੰ ਲੱਤ ਮਾਰ ਕੇ ਕੀ ਵਿਗਾੜ ਲਏਗਾ ਤੂੰ। ਕਹਿੰਦਾ ਕਿਹਦੇ ਆਸਰੇ, ਕਹਿੰਦੇ ਮੈਨੂੰ ਉਹਦਾ ਆਸਰਾ ਜਿਹੜਾ ਸਾਰੀ ਦੁਨੀਆ ਦਾ ਮਹਾਨ ਬਲੀ ਹੈ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ, ਉਹਦਾ ਆਸਰਾ ਹੈ ਮੈਨੂੰ। ਤਜਹੁ ਸੁਭਾਉ ਅਸੁਰ ਨਿਜ ਜਾਤੀ, ਦੇਖ ਇਹ ਦੈਂਤਾਂ ਵਾਲਾ ਆਪਣਾ ਸੁਭਾਅ ਤੂੰ ਛੱਡ ਦੇ, ਇਹ ਦੈਂਤਪੁਣਾ ਨਾ ਕਰ ਹੁਣ। ਮਨ ਜੀਤਨ ਬਿਦ ਕਰ ਭਲ ਭਾਂਤੀ, ਤਾਂ ਕਹਿੰਦੇ ਇੰਜ ਕਰ ਸੋਹਣੇ ਤਰੀਕੇ ਨਾਲ ਆਪਣੇ ਮਨ ਨੂੰ ਜਿੱਤਣ ਦੀ ਗੱਲ ਕਰ। ਤੂੰ ਹੋਰਨਾਂ ਨੂੰ ਦੁਸ਼ਮਣ ਸਮਝੀ ਬੈਠਾ, ਤੇਰਾ ਮਨ ਹੀ ਦੁਸ਼ਮਣ ਹੈ, ਮਨ ਨੂੰ ਜਿੱਤ। ਮਨ ਸਮਾਨ ਨਹਿ ਸ਼ਤਰ ਕੋਊ, ਦੇਖ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ, ਸਭ ਤੋਂ ਵੱਡਾ ਦੁਸ਼ਮਣ ਬੰਦੇ ਦਾ ਮਨ ਹੈ। ਅਨਕ ਜਨਮ ਜਗ ਦੇਵਤ ਜੋ, ਜਿਹੜਾ ਕਹਿੰਦੇ ਅਨੇਕ ਜਨਮ ਦੁਨੀਆ ਵਿੱਚ ਦਿੰਦਾ ਹੈ ਇਹ। ਸੋ ਵਸ ਕਰਨ ਕੋ ਕਰਹੁ ਉਪਾਉ, ਐਸਾ ਯਤਨ ਕਰੋ ਤੁਸੀਂ ਮਨ ਨੂੰ ਵਸ ਕਰੋ, ਕਿਸੇ ਤਰ੍ਹਾਂ ਉਹਦਾ ਯਤਨ ਕਰੋ ਮਨ ਨੂੰ ਕਾਬੂ ਕਰਨ ਵਾਸਤੇ। ਨੇਕੀ ਨੀਤ ਅਪਰ ਨਹਿ ਕਾਊ, ਉਹ ਕਹਿੰਦੇ ਨੇ ਇਸ ਤੋਂ ਹੋਰ ਚੰਗੀ ਕੋਈ ਨੀਤੀ ਨਹੀਂ ਹੈ। ਤੂੰ ਰਾਜਾ ਹੈ, ਜੇ ਨੀਤੀ ਬਣਾਉਣੀ ਇਹ ਨੀਤੀ ਬਣਾ, ਮਨ ਦੁਸ਼ਮਣ ਨੂੰ ਜਿੱਤਣ ਦੀ ਕੋਸ਼ਿਸ਼ ਕਰ। ਸ਼ਬਦ ਸਪਰਸਾਦਕ ਇਹ ਘੋਰੇ, ਇਹ ਕਹਿੰਦੇ ਨੇ ਜਿਹੜੇ ਸ਼ਬਦ ਸਪਰਸ ਰੂਪ ਰਸ ਗੰਧ,
ਇਹ ਜਿਹੜੇ ਵਿਸ਼ੇ ਨੇ ਇਹ ਤਾਂ ਘੋੜੇ ਹਨ। ਇਨ ਪਰ ਚੜ੍ਹਤ ਦਸੋਂ ਦਿਸ ਦੌਰੇ, ਇਹ ਮਨ ਇਹਨਾਂ ਤੇ ਸਵਾਰ ਹੋ ਕੇ ਦਸਾਂ ਦਿਸ਼ਾਂ ਵਿੱਚ ਭੱਜਦਾ ਹੈ। ਮਨ ਵਿਖਿਆਨ ਮਹਿ ਇਹ ਮਵਾਸੂ, ਤੋ ਜਿਹੜਾ ਇਹ ਮਨ ਹੈ ਨਾ ਵਿਸ਼ੇ ਵਿਕਾਰਾਂ ਦੇ ਕਿਲੇ ਵਿੱਚ ਆਕੀ ਹੋਇਆ ਬੈਠਾ ਹੈ ਰੱਬ ਵੱਲੋਂ। ਵੱਡ ਹੰਕਾਰ ਕੋਟ ਦਿੜ ਤਾਸੂ, ਵੱਡਾ ਹੰਕਾਰ ਜਿਹੜਾ ਇਹ ਪੱਕਾ ਕਿਲਾ ਬਣਿਆ ਹੋਇਆ ਇਸ ਮਨ ਦੇ ਰਹਿਣ ਦਾ। ਕਾਮ ਕ੍ਰੋਧ ਲੋਭ ਆਦਿਕ ਜੇਈ, ਜਿਹੜੇ ਕਾਮ ਕ੍ਰੋਧ ਆਦਿਕ ਪੰਜੇ ਵਿਕਾਰ ਹਨ ਜਿਹੜੇ ਸਰਬ ਸਹਾਇਕ ਜਾਨੁ ਤੇਈ, ਇਹ ਸਾਰੇ ਹੀ ਇਹਦੀ ਸਹਾਇਤਾ ਕਰਨ ਵਾਲੇ ਨੇ, ਮਨ ਨੇ ਕਾਬੂ 'ਚ ਰੱਖੇ ਹੋਏ ਆ। ਇਹ ਜੋਧਾ ਦੁਰਜੈ ਸਭ ਮਾਹੀ, ਸਾਰਿਆਂ ਦੇ ਵਿੱਚੋਂ ਨਾ ਜਿੱਤਿਆ ਜਾਣ ਵਾਲਾ ਵੱਡਾ ਯੋਧਾ ਮਨ ਹੀ ਹੈ ਸਾਡਾ। ਮਹਾਬਲੀ ਜੀਤੇ ਕੋ ਤਾਹੀ, ਕੋਈ ਵੱਡਾ ਹੀ ਮਹਾਬਲੀ ਹੋਊ ਤੇ ਇਸ ਮਨ ਨੂੰ ਜਿੱਤੇਗਾ। ਹੈ ਪਿਤਾ ਤੂੰ ਆਪਣੇ ਬਲ ਦਿਖਾਉਣਾ ਤਾਕਤ ਭਈ ਤੈਨੂੰ ਮਾਰ ਦੇਣਾ, ਕਹਿੰਦੇ ਤੂੰ ਆਪਣੇ ਮਨ ਨੂੰ ਜਿੱਤ ਕੇ ਵੇਖ। ਜੇਕਰ ਬੂਝਿਓ ਚਾਹਤ ਉਪਾਊ, ਜੇ ਯਤਨ ਪੁੱਛਣਾ ਚਾਹੁੰਦਾ ਹੈ ਤੂੰ ਸਤ ਸੰਗਤ ਮਹਿ ਕਰ ਚਿਤ ਚਾਊ, ਚਿੱਤ ਦਾ ਚਾਅ ਕਰਕੇ ਸਤ ਸੰਗਤ ਵਿੱਚ ਜਾਇਆ ਕਰ। ਹਾਂ ਕੰਮ ਛੱਡ ਦੇ ਜਿਹੜੇ ਤੂੰ ਇਸ ਪਰ ਅੰਦਰਦਈ ਬਣਿਆ ਬੈਠਾ ਹੈ। ਪਾਰ ਬ੍ਰਹਮ ਕੋ ਸਿਮਰਨ ਕੀਜੈ, ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰ ਜਿਸ ਦਾ ਬਲ ਸਾਰੀ ਦੁਨੀਆ 'ਚ ਵਰਤਦਾ ਹੈ। ਹਉਮੈ ਕੋ ਉਰਤੇ ਤਜ ਦੀਜੈ, ਹਾਂ ਹੰਕਾਰ ਕਰਕੇ ਜੋ ਤੂੰ ਕਰ ਰਿਹਾ ਨਾ ਇਹ ਸਾਰਾ ਦੂਰ ਕਰ ਮਨ ਵਿੱਚੋਂ। ਨਾਮ ਵਿਖੇ ਨਿਜ ਬ੍ਰਿਤ ਟਿਕਾਵੋ, ਤੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਟਿਕਾ ਜੇ ਮਨ ਨੂੰ ਜਿੱਤਣਾ ਹੈ ਤਾਂ। ਅਪਰ ਸਰਬ ਸੰਕਲਪ ਹਟਾਵੋ, ਬਾਕੀ ਸਭ ਫੁਰਨੇ ਦੂਰ ਕਰ ਦੇ ਮਨ ਵਿੱਚੋਂ। ਇਸ ਪ੍ਰਕਾਰ ਮਨ ਜੀਤਿਓ ਜਾਈ। ਤੇ ਤੈਨੂੰ ਦੱਸਦੇ ਹਾਂ, ਦੇਖੋ ਮਾਲਿਕ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੈ। ਬਾਪ ਬੱਚਾ 5 ਸਾਲ ਦਾ ਹੈ, ਉਹ ਕਹਿੰਦਾ ਤੈਨੂੰ ਮੈਂ ਮਾਰ ਦੇਣਾ, ਇਹ ਉਹਦੀ ਬਿਰਤੀ ਹੈ, ਇਹਨੂੰ ਦੈਂਤ ਕਿਹਾ। ਤੇ ਭਗਤ ਦੀ ਬਿਰਤੀ ਹੈ, ਛਾਤੀ 'ਚ ਲੱਤ ਮਾਰੀ ਹੈ, ਉਹਨੂੰ ਗਾਲਾਂ ਕੱਢੀਆਂ ਨੇ, ਬੁਰਾ ਕਿਹਾ, ਤੇ ਉਹਨੂੰ ਰੱਬ ਦੀ ਭਗਤੀ ਦਾ ਉਪਦੇਸ਼ ਦੇਣ ਡਿਆ। ਕਿੱਡੀ ਨਿਮਰਤਾ ਹੈ ਔਰ ਕੈਸਾ ਹੌਸਲਾ ਹੈ ਔਰ ਕਿੱਡਾ ਗਿਆਨ ਹੈ। ਜੇ ਅਗਰ ਦੁਸ਼ਮਣ ਜਾਣ ਕਰਕੇ ਭਗਤ ਨੂੰ ਅਗਲਾ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਰੱਬ ਦੀ ਭਗਤੀ ਦਾ ਉਪਦੇਸ਼ ਦਿੰਦਾ ਤੇ ਮਨ ਨੂੰ ਜਿੱਤ ਪਾਈ ਆਪਣਾ ਜੀਵਨ ਸਫਲਾ ਕਰ ਲੈ। ਸਰਬ ਦਿਗ ਵਿਜੈ ਤਬ ਤੂੰ ਪਾਈ, ਸਾਰੇ ਦਸੋਂ ਦਿਸ਼ਾ ਨੂੰ ਜਿੱਤ ਲਵੇਂਗਾ ਇਸ ਤਰੀਕੇ ਦੇ ਨਾਲ ਜੇ ਤੂੰ ਇਹ ਉਪਦੇਸ਼ ਧਾਰਨ ਕਰ ਲਵੇਂ। ਬਿਨ ਮਨ ਜੀਤੇ ਸੂਰ ਕਹਾਵੈ, ਤੇ ਜਿਹੜਾ ਕਹਿੰਦੇ ਮਨ ਨੂੰ ਤਾਂ ਜਿੱਤਦਾ ਨਹੀਂ ਤੇ ਦੁਨੀਆ 'ਚ ਸੂਰਮਾ ਬਹਾਦਰ ਜਿਹੜਾ ਕਹਾਉਂਦਾ ਹੈ। ਅਦਕ ਆਪ ਕੋ ਬਲੀ ਗਿਨਾਵੈ, ਆਪਣੇ ਆਪ ਨੂੰ ਸੋ ਜਿਹੜਾ ਵੱਡਾ ਹੀ ਬਲੀ ਕਹਾਉਂਦਾ ਮੈਂ ਬਹੁਤ ਬਲਵਾਨ ਹਾਂ। ਮਹਿਤ ਪੁਰਖ ਤੇ ਜਾਣਹਿ ਮੂਢਾ, ਕਹਿੰਦੇ ਜਿਹੜੇ ਵੱਡੇ ਲੋਕ ਨਾ ਸਿਆਣੇ ਲੋਕ ਉਹਨੂੰ ਮੂਰਖ ਸਮਝਦੇ ਨੇ। ਜਿਹੜਾ ਆਪਣੇ ਆਪ ਨੂੰ ਬਲੀ ਕਹਾਉਂਦਾ ਹੈ। ਲੱਖ ਨ ਸਕਾਏ ਭੇਦ ਜੋ ਗੂੜਾ, ਉਹ ਜਿਹੜਾ ਗੂੜਾ ਭੇਦ ਹੈ ਉਸ ਨੂੰ ਸਮਝ ਨਹੀਂ ਸਕਦੇ ਤੇਰੇ ਵਰਗੇ। ਸੁਣੀ ਸਰੋਨ ਮਹਿ ਜਬ ਅਸ ਬਾਣੀ, ਜਦੋਂ ਕੰਨਾਂ ਦੇ ਵਿੱਚ ਇਹ ਬਾਣੀ ਭਗਤ ਦੀ ਸੁਣੀ ਨਾ ਇਸਨੇ, ਹਿਰਨ ਕਸਪ ਮਤ ਮੂੜ ਗੁਮਾਨੀ, ਬੜਾ ਹੰਕਾਰੀ ਹੈ, ਮੰਦੀ ਮਤ ਵਾਲਾ ਮੂਰਖ ਜਿਹੜਾ ਹੈ ਇਹ ਹਰਣਾਕਸ਼। ਪੁਰ ਮਹਿ ਪ੍ਰਗਟੀ ਰਿਸ ਹੈ ਬਹੁਤੀ, ਤਾਂ ਬਹੁਤ ਭਾਰੀ ਨਾਰਾਜ਼ਗੀ ਮਨ ਦੇ ਵਿੱਚ ਪ੍ਰਗਟ ਹੋਈ ਹੈ ਇਸ ਦੇ। ਅਗਨ ਵਰਤ ਜਨ ਪਾਏ ਅਹੂਤੀ, ਇਸ ਪ੍ਰਕਾਰ ਸੋ ਕਹਿੰਦੇ ਇਸ ਪ੍ਰਕਾਰ ਜਿਸ ਤਰ੍ਹਾਂ ਬਲਦੀ ਅੱਗ ਵਿੱਚ ਕੋਈ ਆਹੂਤੀ ਪਾ ਦੇ ਤੇ ਅੱਗ ਹੋਰ ਬਲਦੀ ਹੈ। ਕੰਪਤ ਦੇਹ ਲਾਲ ਅਤ ਨੈਨਾ, ਅੱਖਾਂ ਲਾਲ ਕੀਤੀਆਂ ਨੇ ਲਹੂ ਵਰਗੀਆਂ, ਸਰੀਰ ਕੰਬਦਾ ਹੈ ਕ੍ਰੋਧ ਵਿੱਚ ਇਸ ਦਾ। ਕਾਟਤ ਅਧਰਨ ਚਿਤ ਨਹਿ ਚੈਨਾ, ਅਧਰਨ ਕਹਿੰਦੇ ਨੇ ਆਪਣੇ ਬੁੱਲਾਂ ਨੂੰ ਦੰਦਾਂ ਨਾਲ ਕੱਟਦਾ, ਚਿੱਤ ਵਿੱਚ ਚੈਨ ਨਹੀਂ, ਇਹਦੇ ਕ੍ਰੋਧ ਵਸ ਹੋਇਆ ਹੈ। ਨਖ ਸਿੱਖ ਦਾਰਨ ਭੇਖ ਬਨਾਵਾ, ਕਹਿੰਦੇ ਆਪਣੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਸ ਨੇ ਬੜਾ ਭਿਆਨਕ ਭੇਖ ਬਣਾਇਆ ਕ੍ਰੋਧ ਵਿੱਚ ਇਸਨੇ। ਨਾਸੇ ਨਿਕਸ ਧੂਮ ਨਭ ਛਾਵਾ, ਇਹਦੀਆਂ ਨਾਸਾਂ ਚੋਂ ਧੂਆਂ ਨਿਕਲ ਕੇ ਆਕਾਸ਼ ਵਿੱਚ ਛਾ ਗਿਆ ਜਿਸ ਵੇਲੇ। ਉਤੇ ਸਭਾਸਦ ਜੇ ਤਿਹ ਥਾਨਾ, ਜਿੰਨੇ ਇਹਦੇ ਸਭਾਸਦ ਉਮਰਾਵ ਆਦਿਕ ਸਾਰੇ ਇਸ ਦੇ ਅਮੀਰ ਵਜ਼ੀਰ ਕਹਿੰਦੇ ਜਿੰਨੇ ਵੀ ਸਾਰੇ ਦੀ ਸਭਾ ਦੇ, ਡਰ ਕਰ ਧਰ ਕੇ ਕਛ ਨ ਬਖਾਨਾ, ਉਹ ਡਰਦੇ ਮਾਰੇ ਕਹਿੰਦੇ ਦਿਲ ਧੜਕਦੇ ਸਨ, ਕੋਈ ਇਸ ਨੇ ਕੁਛ ਕਿਹਾ ਨਹੀਂ, ਬੋਲੇ ਨਹੀਂ, ਉਹ ਡਰ ਗਏ। ਦੋਹਰਾ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ। ਤੋ ਪ੍ਰਹਲਾਦ ਜੀ ਦੀ ਕਥਾ ਲੰਬੀ ਕਰਕੇ ਕਵੀ ਜੀ ਇਹ ਪ੍ਰਸੰਗ ਇੱਥੇ ਪੂਰਾ ਕਰਕੇ ਅਗਲਾ ਸ਼ੁਰੂ ਕਰਦੇ ਨੇ। ਪ੍ਰਸੰਗ ਦੀ ਆਰੰਭਤਾ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਦੁਆਰਾ ਮੰਗਲਾਚਰਨ ਕਰਦੇ ਨੇ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਹੈ, ਸਤਿਗੁਰੂ ਮਹਾਰਾਜ
ਸਤਿਗੁਰ ਮਮ ਬੇੜੀ, ਮਹਾਰਾਜ ਕਿਰਪਾ ਕਰੋ ਮੇਰੀ ਬੇੜੀ ਕੱਟ ਦਿਓ ਜੀ। ਨਿਜ ਬੇਰੀ ਪਰਚਾਰ, ਆਪਣੀ ਭਗਤੀ ਦੀ ਨਾਮ ਦੀ ਬੇੜੀ ਤੇ ਚੜ੍ਹ ਕਰਕੇ ਤੋ ਮਹਾਰਾਜ ਮੇਰੀ ਜਿਹੜੀ ਹੈ ਜੰਮਣ ਮਰਨ ਦੀ ਬੇੜੀ ਆ ਕੱਟ ਦਿਓ ਜੀ। ਇਸ ਬੇਰੀ ਹੋਵੇ ਭਵ ਸਫਲ, ਤੋ ਐਸੇ ਵਾਰੀ ਦੇ ਵਿੱਚ ਮਨੁੱਖਾ ਜਨਮ ਵਿੱਚ ਮੇਰਾ ਜਨਮ ਸਫਲਾ ਹੋ ਜਾਵੇ। ਬਿਨ ਬੇਰੀ ਕਰ ਪਾਰ, ਤੇ ਬਿਨਾਂ ਦੇਰ ਤੋਂ ਮੈਨੂੰ ਭਵਜਲ ਤੋਂ ਪਾਰ ਕਰ ਦਿਓ। ਬੇਰੀ ਅੱਖਰ ਨੂੰ ਹੀ ਵਰਤਿਆ ਹੈ। ਸ੍ਰੀ ਬਾਲਾ ਸੰਦਰਵਾਚ, ਤੋ ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ। ਚਉਪਈ ਸ੍ਰੀ ਗੁਰ ਅੰਗਦ ਜੀ ਇਹ ਕਥਾ, ਕਹਿੰਦੇ ਨੇ ਬਾਲਾ ਜੀ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੁਣੋ ਇਹ ਜੋ ਕਥਾ ਹੈ। ਜਥਾ ਪ੍ਰਹਿਲਾਦ ਭਨੀ ਸੁਨ ਤਥਾ, ਜਿਸ ਤਰ੍ਹਾਂ ਪ੍ਰਹਲਾਦ ਜੀ ਨੇ ਉਚਾਰਨ ਕੀਤੀ ਉਹਨੂੰ ਸਰਵਣ ਕਰੋ। ਹਿਰਨ ਕਸ਼ਪ ਸੁਨ ਬਿਸ਼ਨ ਉਪਾਸਨ, ਹਰਨ ਜਿਹੜਾ ਹਰਨ ਕਸ਼ਪ ਹਰਨਾਗ ਸੀ, ਜਦੋਂ ਵਿਸ਼ਨੂੰ ਦੀ ਭਗਤੀ ਦੀ ਗੱਲ ਸੁਣੀ, ਭਇਓ ਕ੍ਰੋਧ ਮੈਂ ਮਨਹੁ ਹੁਤਾਸਨ, ਇੰਨਾ ਕ੍ਰੋਧ ਵਿੱਚ ਹੋਇਆ ਮਾਨੋ ਅੱਗ ਹੀ ਬਲ ਪਈ ਇਹਦੇ ਅੰਦਰ ਉਸ ਵੇਲੇ। ਮਾਰਨ ਚਾਹਸ ਮੰਦ ਮਤ ਮਾਨੀ, ਤੋ ਬੜਾ ਹੰਕਾਰੀ ਸੀ, ਮੰਦੀ ਮਤ ਵਾਲਾ, ਮਾਰਨਾ ਚਾਹੁੰਦਾ ਸੀ ਉਸ ਵੇਲੇ। ਮੁਖ ਤੇ ਬੋਲਿਓ ਬਿਖਵਤ ਬਾਣੀ, ਜ਼ਹਿਰ ਵਰਗੀ ਬਾਣੀ ਮੁਖ ਤੋਂ ਕੌੜੇ ਬਚਨ ਬੋਲਿਆ। ਰੇ 60 ਬਾਲਕ ਮੋਹ ਬਿਨ ਈਸਾ, ਤੋ ਕਹਿੰਦੇ ਨੇ ਇਸ ਪ੍ਰਕਾਰ ਕਹਿੰਦੇ ਹੈ ਮੂਰਖ ਬਾਲਕ, ਮੇਰੇ ਤੋਂ ਬਿਨਾਂ ਈਸ਼ਵਰ ਕੌਣ ਹੋ ਸਕਦਾ। ਇਹਨੂੰ ਇਹੀ ਮਾਣ ਹੰਕਾਰ ਸੀ, ਮੈਂ ਹੀ ਰੱਬ ਬਣ ਗਿਆ। ਕਹੋ ਕਹਾਂ ਨਤ ਕਾਟੋ ਸੀਸਾ, ਕਹਿੰਦੇ ਦੱਸ ਮੇਰੇ ਤੋਂ ਬਿਨਾਂ ਹੋਰ ਕਿਹੜਾ ਇਹ ਭਗਵਾਨ ਹੈ। ਦੇਖ ਨਹੀਂ ਤੇ ਤੇਰਾ ਸਿਰ ਵੜ ਦੂੰਗਾ ਮੈਂ, ਦੱਸ ਕਿੱਥੇ ਐ। ਅਸ ਕਹਿ ਮਇਆ ਨਹਿ ਤੇ ਸੋ ਮਹਾਨਾ, ਇਉਂ ਬਚਨ ਕਹਿ ਕਰਕੇ ਮਿਆਨ ਦੇ ਵਿੱਚੋਂ ਮਹਾਨ ਜੋ ਸੀ। ਖੈਂਚ ਖੜਗ ਕਰ ਮਹਿ ਚਮਕਾਨਾ, ਹੱਥ ਵਿੱਚ ਤਲਵਾਰ ਖਿੱਚ ਕੇ ਮਿਆਨ ਚੋਂ ਨੰਗੀ ਕਰਕੇ ਚਮਕਾਈ ਇਸਨੇ। ਕੋ ਰਖਵਾਰੂ ਦੇਹੋ ਬਤਾਈ, ਕਹਿੰਦੇ ਦੱਸ ਕਿਹੜਾ ਤੇਰਾ ਵੱਡਾ ਰਖਵਾਲਾ। ਕਹਿੰਦੇ ਮੈਂ ਈਸ਼ਵਰ ਆ। ਕਿਹੜਾ ਈਸ਼ਵਰ ਜਿਹੜੀ ਗੱਲ ਕਰਦਾ ਭਗਤੀ ਦੀ ਤੂੰ, ਮੈਂ ਦੱਸ ਕਿੱਥੇ ਤੈਨੂੰ ਰੱਖਣ ਵਾਲਾ ਕੋਈ। ਅਬ ਜਮ ਧਾਮ ਹੈ ਦਿਉ ਪਠਾਈ, ਤਾਂ ਹੁਣੇ ਕਹਿੰਦੇ ਜਮਾਂ ਦੇ ਘਰ ਤੈਨੂੰ ਪਹੁੰਚਾ ਦੂੰਗਾ, ਮਾਰ ਦੂੰਗਾ ਮੈਂ। ਤਲਵਾਰ ਖਿੱਚ ਕੇ ਮੋਢੇ ਤੇ ਰੱਖ ਲਈ ਉਸਨੇ। ਸੁਨ ਕਰ ਮੈਂ ਤਬ ਗਿਰਾ ਅਲਾਈ, ਤਾਂ ਕਹਿੰਦੇ ਨੇ ਉਹਦੀ ਗੱਲ ਸੁਣ ਕੇ ਫਿਰ ਮੈਂ ਕਹਿੰਦੇ ਇਉਂ ਬਚਨ ਕੀਤਾ। ਪਰ ਪੂਰਨ ਹੈ ਸਭਨੀ ਥਾਈ, ਕਹਿੰਦੇ ਮੇਰਾ ਰਾਖਾ ਸਾਰੇ ਹੀ ਥਾਵਾਂ ਤੇ ਆ, ਪਰਿਪੂਰਨ ਵਿਆਪਕ ਹੈ। ਤਿਹ ਬਹੀਨ ਕੋ ਥਾਨ ਨਾ ਊਨਾ, ਕੋਈ ਵੀ ਖਾਲੀ ਥਾਂ ਨਹੀਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿਹਦੀ ਮੈਂ ਭਗਤੀ ਕਰਦਾ ਹਾਂ। ਜੜ ਜੰਗਮ ਮੈਂ ਪਿੱਖੋਂ ਨਾ ਸੁਨਾ, ਤੋ ਮੈਂ ਦੇਖਦਾ ਭਾਵੇਂ ਜੜ ਜੂਨਾ ਨੇ ਭਾਵੇਂ ਜੰਗਮ ਨੇ ਚੱਲਣ ਫਿਰਨ ਵਾਲੇ, ਸਭਨਾ ਵਿੱਚ ਕੋਈ ਵੀ ਸੁੰਨ ਨਹੀਂ, ਸਭਨਾ ਵਿੱਚ ਵਾਹਿਗੁਰੂ ਵਸਦਾ ਹੈ। ਕਹਿਤ ਜੇ ਹੈ ਜੜ ਜੰਗਮ ਮਾਹੀ, ਤੋ ਜਿਹੜਾ ਇਸ ਪ੍ਰਕਾਰ ਸੋ ਜੜ ਜੰਗਮ ਦੇ ਵਿੱਚ ਜੋ ਤੂੰ ਕਹਿੰਦਾ ਹੈ, ਇਹ ਸਥੰਭ ਮਹਿ ਦੀਸਤ ਨਾਹੀ, ਕਹਿਣ ਲੱਗਾ ਆ ਥੰਮਾ ਸੀ ਇਸ ਪ੍ਰਕਾਰ। ਕਹਿੰਦੇ ਆ ਥੰਮ ਤਾਂ ਜਿਹੜਾ ਇਹਦੇ ਵਿੱਚ ਤਾਂ ਮੈਨੂੰ ਦਿਸਦਾ ਨਹੀਂ, ਤੂੰ ਕਹਿੰਦਾ ਸਾਰੇ ਥਾਈ ਹੈ। ਬ੍ਰਿਥਾ ਬਕਤ ਬਾਲਕ ਮਤ ਮੰਦੇ, ਮੰਦੀ ਮਤ ਵਾਲੇ ਬਾਲਕ ਕਹਿੰਦੇ ਆ ਤੂੰ ਵਿਅਰਥ ਬੋਲ ਰਿਹਾ ਹੈ। ਅਬਹਿ ਕਰੂੰ ਤਵ ਸੀਸਨ ਕੰਦੇ, ਹੁਣੇ ਤੇਰਾ ਮੈਂ ਸਿਰ ਵੜਦਾ, ਕਾਢ ਖੜਗ ਕੋ ਪਿਓ ਰਸਾਏ, ਤੁਝ ਰੱਖਣ ਹਾਰੋ ਮੁਝੇ ਬਤਾਏ। ਕਹਿਣ ਲੱਗਾ ਇਦਾਂ ਜਦੋਂ ਮੈਂ ਨਿਹਚੇ ਧਰ ਹਿਰਦੇ ਵਸੇਖੋਂ, ਉਹ ਕਹਿੰਦੇ ਇਸ ਪ੍ਰਕਾਰ ਮੈਂ ਕਹਿੰਦੇ ਵਿਸ਼ੇਸ਼ ਕਰਕੇ ਨਿਸ਼ਚਾ ਧਾਰ ਕੇ ਮਾਲਕ ਵਾਹਿਗੁਰੂ ਵਿੱਚ ਕਹਿਓ ਥੰਬ ਦਿਸ ਭਲ ਬਿਦ ਦੇਖੋਂ, ਤੋ ਕਹਿਣ ਲੱਗਾ ਬਲਰਾਜ ਕਹਿੰਦਾ ਮੈਂ ਕਿਹਾ ਵੀ ਤੂੰ ਚੰਗੀ ਤਰ੍ਹਾਂ ਵੇਖ ਤਾਂ ਸਹੀ ਥੰਮ ਦੇ ਵੱਲ, ਤੈਨੂੰ ਦੱਸਾਂ ਮੈਂ ਰੱਬ ਵਸਦਾ ਇਹਦੇ ਚ। ਇਹ ਬਿਸਨ ਤਿਹ ਮਹਿ ਲੱਖ ਸਾਚੂ, ਤੂੰ ਸੱਚ ਜਲ ਜਾਣਨਾ ਇਹਦੇ ਵਿੱਚ ਮੇਰਾ ਵਿਸ਼ਨੂੰ ਮਹਾਰਾਜ ਵਸਦਾ, ਮੇਰਾ ਭਗਵਾਨ ਵਸਦਾ ਹੈ। ਤੋਹੇ ਨਾ ਦੀਸਤ ਮਤ ਕੇ ਕਾਚੂ, ਤੂੰ ਕੱਚੀ ਮਤ ਵਾਲਾ ਤੈਨੂੰ ਨਹੀਂ ਦਿਸਦਾ, ਮੈਨੂੰ ਤੇ ਇਹਦੇ ਵਿੱਚ ਰੱਬ ਦਿਸਦਾ ਹੈ ਥੰਮੇ ਵਿੱਚ ਵੀ। ਅਸ ਸੁਨ ਕੋਪ ਥੰਬ ਦਿਸ ਦੇਖਾ, ਕਹਿੰਦੇ ਨੇ ਬੜੇ ਫਿਰ ਕ੍ਰੋਧ ਵਿੱਚ ਉਸ ਥੰਮੇ ਵੱਲ ਵੇਖਿਆ ਇਸਨੇ। ਖੜਗ ਮੁਸ਼ਟ ਹਨ ਜੋਰ ਬਸੇਖਾ, ਉਹ ਕਹਿੰਦੇ ਨੇ ਜਿਹੜਾ ਤਲਵਾਰ ਦਾ ਮੁੱਠਾ ਸੀ ਨਾ ਜ਼ੋਰ ਦੇ ਨਾਲ ਵਿਸ਼ੇਸ਼ ਕਰਕੇ ਉਹ ਥੰਮ ਚ ਮਾਰਿਆ ਇਸਨੇ। ਭਇਓ ਸ਼ਬਦ ਧਾਰਨ ਅਤ ਘੋਰਾ, ਬੜਾ ਭਿਆਨਕ ਸ਼ਬਦ ਕਹਿੰਦੇ ਉਸ ਵੇਲੇ ਫਿਰ ਉੱਠਿਆ ਜਦੋਂ ਇਸਨੇ ਇਉਂ ਥੰਮ ਦੇ ਵਿੱਚ ਇਸ ਤਰੀਕੇ ਦੇ ਨਾਲ ਸੋ ਮਾਰਿਆ ਹੈ ਤਲਵਾਰ ਦਾ ਮੁੱਠਾ। ਜਨ ਬ੍ਰਹਮੰਡ ਦੀਨ ਕਿਨ ਫੋਰਾ, ਇਤਨਾ ਕਹਿੰਦੇ ਨੇ ਆਪਣਾ ਖੜਾਕ ਹੋਇਆ ਭਾਈ ਜਿਸ ਤਰ੍ਹਾਂ ਕਿਸੇ ਨੇ ਬ੍ਰਹਮੰਡ ਤੋੜ ਦਿੱਤਾ ਹੈ, ਫਾੜ ਦਿੱਤਾ ਹੋਵੇ। ਸੁਨਿਓ ਵਿਧਾਤੇ ਆਪਣੋ ਲੋਕਾ, ਆਪਣੇ ਲੋਕ ਵਿੱਚ ਬ੍ਰਹਮਾ ਨੇ ਜਦੋਂ ਸੁਣੀ ਨਾ ਆਵਾਜ਼ ਇਹ, ਪਰਲੇ ਕਾਲ ਲਖ ਸਭ ਕੋ ਸੋਕਾ, ਤਾਂ ਇਸ ਪ੍ਰਕਾਰ ਕਹਿੰਦੇ ਸਭ ਨੂੰ ਚਿੰਤਾ ਹੋ ਗਈ ਵੀ ਹੁਣ ਤਾਂ ਪਰਲੋ ਹੋਊਗੀ, ਜਿਹੜਾ ਇੰਨਾ ਕਹਿੰਦੇ ਸਾਰਾ ਬ੍ਰਹਮੰਡ ਗੂੰਜ ਉੱਠਿਆ ਹੈ। ਬਦਰ ਭਏ ਜੇ ਸਭਾ ਮਝਾਰੀ, ਜਿੰਨੇ ਸਭਾ ਵਿੱਚ ਸੀ ਨਾ ਇਸ ਪ੍ਰਕਾਰ
ਹਰਨਾਕਸ਼ ਦੇ ਕੋਲ ਸਾਰੇ ਬੋਲੇ ਹੋ ਗਏ, ਕੰਨਾਂ ਦੇ ਪਰਦੇ ਹੀ ਪਾਟ ਗਏ ਉਹਨਾਂ ਦੇ। ਗਿਰੇ ਕਿਤਕ ਤਹ ਖਾਏ ਭਵਾਰੀ, ਕਈ ਤਾਂ ਇਸ ਪ੍ਰਕਾਰ ਘੁਮਾਟਣੀ ਖਾ ਖਾ ਕੇ ਡਿੱਗ ਚੱਕਰ ਆਣ ਕੇ ਉਂਝੀ ਡਿੱਗ ਪਏ ਧਰਤੀ ਤੇ। ਸਭ ਦੈਂਤਨ ਕੀ ਸੁਧ ਤਬ ਨਾਸੀ, ਸਾਰੇ ਦੈਂਤਾਂ ਦੀ ਜਿਹੜੀ ਅਕਲ ਹੀ ਮਾਰੀ ਗਈ ਉਸ ਵੇਲੇ। ਚਾਰੋਂ ਦਿਸ ਮੈਂ ਧੁਨ ਸੋ ਪ੍ਰਕਾਸ਼ੀ, ਐਸੀ ਉਹ ਧੁਨ ਜਿਹੜੀ ਆਵਾਜ਼ ਸੀ ਚਾਰ ਚਫੇਰੇ ਗੂੰਜ ਫੈਲ ਗਈ ਉਹ। ਸੁਨ ਦਨ ਜੇਸ ਚੱਕਰ ਚਿਤ ਮਾਹੀ, ਤਾਂ ਇਹ ਸੁਣ ਕਰਕੇ ਇਹ ਜਿਹੜਾ ਹਰਨਾਕ ਸੀ ਇਹਨਾਂ ਦਾ ਰਾਜਾ ਦੈਂਤਾਂ ਦਾ, ਕਹਿੰਦੇ ਬੜਾ ਹੈਰਾਨ ਹੋਇਆ। ਲੋਚਨ ਗੋਚਰ ਪਿਖਿਅਤ ਨਾਹੀ, ਕਹਿੰਦਾ ਵੀ ਮੈਨੂੰ ਦਿਸਦਾ ਤੇ ਸਾਹਮਣੇ ਹੈ ਨਹੀਂ, ਪਰ ਇਹ ਆ ਸ਼ਕਤੀ ਕਾਹਦੀ ਵਰਤ ਗਈ। ਤਾਂ ਪ੍ਰਹਲਾਦ ਨੇ ਕਿਹਾ ਸਰਬ ਵਿਆਪਕ ਪਰਮੇਸ਼ਰ ਸਭ ਥਾਈ ਹੈ। ਤੋ ਇਦਾਂ ਹੀ ਜਲੇ ਇੰਨਾ ਕੁਛ ਤਾਂ ਹੋ ਗਿਆ, ਪਰ ਕਹਿੰਦੇ ਮੈਨੂੰ ਦਿਸਿਆ ਤਾਂ ਕੁਛ ਵੀ ਨਹੀਂ। ਭਇਓ ਉਦਤ ਮਾਰਨ ਕਰਵਾਰਾ, ਫਿਰ ਤਲਵਾਰ ਦਾ ਵਾਰ ਕਰਕੇ ਤੇ ਮਾਰਨ ਵਾਸਤੇ ਥੰਮੇ ਦੇ ਵਿੱਚ ਤਿਆਰ ਹੋਇਆ, ਪ੍ਰਹਲਾਦ ਨੂੰ ਮਾਰਨ ਲੱਗਾ। ਤਬ ਨਰ ਹਰ ਨਿਜ ਰੂਪ ਦਿਖਾਰਾ, ਤਦੋਂ ਕਹਿੰਦੇ ਨੇ ਕਹਿੰਦਾ ਦਿਸਦਾ ਨਹੀਂ, ਫਿਰ ਨਰਸਿੰਘ ਦਾ ਰੂਪ ਹੋ ਕਰਕੇ ਉਸ ਥੰਮ ਚੋਂ ਪ੍ਰਗਟ ਹੋਇਆ। ਸੋ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਹਿਲਾਦ। ਸੋ ਕਹਿੰਦੇ ਨੇ ਬੜਾ ਭਾਰੀ ਆਸ਼ਚਰਜ ਰੂਪ ਹੋ ਕਰਕੇ ਸੋ ਪਰਮੇਸ਼ਵਰ ਨੇ ਕਹਿੰਦੇ ਰੂਪ ਪ੍ਰਗਟ ਕੀਤਾ ਉਥੋਂ। ਨਹਿ ਮਨੁੱਖ ਨਹਿ ਸਿੰਘ ਬਨਾਊ, ਤੇ ਉਹਦੀ ਬਣਾਵਟ ਇਹ ਸੀ, ਨਾ ਉਹ ਸ਼ੇਰ ਸੀ ਤੇ ਨਾ ਉਹ ਮਨੁੱਖ ਸੀ। ਥੱਲਿਓਂ ਧੜ ਮਨੁੱਖ ਦਾ ਸੀ, ਉੱਪਰੋਂ ਅਗਲੇ ਬਾਹਾਂ ਪੰਜੇ ਤੇ ਮੂੰਹ ਜਿਹੜਾ ਸੀ ਉਹ ਸ਼ੇਰ ਦਾ ਸੀ ਉਸਦਾ। ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਊ, ਬੜਾ ਵੱਡਾ ਪ੍ਰਤਾਪ ਸੀ, ਪ੍ਰਭਾਵਸ਼ਾਲੀ ਹੋ ਕਰਕੇ ਪ੍ਰਗਟ ਹੋ ਗਏ। ਥੰਬ ਪਾੜ ਨਿਕਸੇ ਜਗ ਰਾਈ, ਜਗਤ ਦੇ ਰਾਜਾ ਰੂਪ ਥੰਮ ਨੂੰ ਪਾੜ ਕਰਕੇ ਪ੍ਰਗਟ ਹੋ ਗਏ ਉੱਥੇ। ਅਦਭੁਤ ਧਾਰਨ ਬੇਖ ਬਨਾਈ, ਬੜਾ ਭਿਆਨਕ ਭੇਖ ਬਣਾਇਆ ਸੀ, ਹਰਨਾਕਸ਼ ਬਣਿਆ ਫਿਰਦਾ ਸੀ ਭਿਆਨਕ। ਉਸ ਨੂੰ ਹੋਰ ਭਿਆਨਕ ਰੂਪ ਹੋ ਕਰਕੇ ਦਿਖਾਇਆ ਹੈ। ਦੈਂਤ ਰਾਜ ਅਵਲੋਕ ਵਿਚਾਰਾ, ਕਹਿੰਦੇ ਨੇ ਜਿਹੜਾ ਦੈਂਤ ਰਾਜ ਸੀ ਇਹ ਹਰਨਾਕਸ਼ ਨੇ ਵੇਖ ਕਰਕੇ ਵਿਚਾਰ ਕੀਤਾ ਮਨ ਵਿੱਚ, ਉਹ ਇਹ ਲਖਿਓ ਨਾ ਜਾਏ ਆਕਾਰਾ, ਇਹ ਆਕਾਰ ਨਹੀਂ ਜਾਣਿਆ ਜਾਂਦਾ, ਨਾ ਇਹ ਪਸ਼ੂ ਤੇ ਨਾ ਬੰਦਾ। ਕੰਪ ਮਾਨ ਤਨ ਭੈ ਵੱਡ ਧਾਰੀ, ਬੜਾ ਡਰ ਕਰਕੇ ਸਰੀਰ ਤਾਂ ਕੰਬਣ ਲੱਗ ਗਿਆ ਇਸਦਾ। ਨਿਸ਼ਚੈ ਕਰ ਨਾ ਸਕੇ ਸੁਧ ਹਾਰੀ, ਇਹਦੀ ਜਿਹੜੀ ਅਕਲ ਹਾਰ ਗਈ, ਨਿਸ਼ਚੈ ਨਹੀਂ ਕਰ ਸਕਿਆ ਵੀ ਕੌਣ ਰੂਪ ਤੇ ਕੀ ਹੈ ਇਹ। ਤਬਲੋ ਸ੍ਰੀ ਨਰ ਸਿੰਘ ਵਿਸਾਲਾ, ਨਰਸਿੰਘ ਨੇ ਫਿਰ ਮਹਾਨ ਜੋ ਸੀ ਉਸ ਵੇਲੇ ਗਰਜ ਉੱਠੇ ਕਰ ਸ਼ਬਦ ਕਰਾਲਾ, ਭਿਆਨਕ ਸ਼ਬਦ ਕਰਕੇ ਸ਼ੇਰ ਵਾਲੀ ਦਹਾੜ ਫਿਰ ਕਹਿੰਦੇ ਇਉਂ ਗੱਜਿਆ ਹੈ। ਬਾਰ ਬਾਰ ਮੁਖ ਲੇਤ ਜਮ ਭਾਈ, ਤੇ ਮੁੜ ਮੁੜ ਕੇ ਕਹਿੰਦੇ ਨੇ ਗੱਜਦਾ ਤੇ ਆਵਾਸੀਆਂ ਲੈਂਦਾ ਹੈ, ਮੂੰਹ ਖੋਲ ਖੋਲ ਕੇ ਦਾੜਾਂ ਵਿਖਾਉਂਦਾ ਭਿਆਨਕ ਇਸ ਨੂੰ। ਦੇਖਤ ਦਾੜੇ ਧੀਰ ਨਸਾਈ, ਜਿਹਲੇ ਬੜਬੜੀਆਂ ਦਾੜਾਂ ਦੇਖੀਆਂ ਨਾ ਇਸ ਪ੍ਰਕਾਰ ਨਰਸਿੰਘ ਰੂਪ ਦੀਆਂ, ਫਿਰ ਇਹਦਾ ਹਿਰਦਾ ਕੰਬਿਆ ਹਰਨਾਕਸ਼ ਦਾ। ਸਰੋਨਤ ਸਰਸੇ ਆਰੁਣ ਲੋਚਨ, ਜਿਹੜੇ ਦੇਖੇ ਲਾਲ ਕਹਿੰਦੇ ਤੇਰੇ ਕੀ ਨੇਤਰ, ਲਹੂ ਵਰਗੇ ਲਾਲ ਨੇਤਰ ਦੇਖੇ ਨਰਸਿੰਘ ਦੇ। ਜੀਭ ਖੜਗ ਸਮ ਜਨ ਦੁਖ ਮੋਚਨ, ਸਾਰੇ ਭਗਤਾਂ ਦੇ ਦੁੱਖਾਂ ਨੂੰ ਕੱਟਣ ਵਾਲੀ ਜ਼ਬਾਨ ਜਿਸਲੇ ਦੇਖੀ ਵੱਡੀ ਸਾਰੀ ਤਲਵਾਰ ਵਾਂਗੂ। ਰੰਗ ਸਰੀਰ ਕਨਕ ਜਨ ਤਾਵਾ, ਕਹਿੰਦੇ ਜਿਵੇਂ ਸੋਨਾ ਤਾਇਆ ਇਹੋ ਜਿਹਾ ਰੰਗ ਸੀ ਨਰਸਿੰਘ ਦਾ ਸੁਨਹਿਰੀ। ਦਾਰਨ ਉੱਚੋ ਕਾਨ ਉਠਾਵਾ, ਬੜੇ ਭਿਆਨਕ ਕਹਿੰਦੇ ਸ਼ੇਰ ਨੇ ਆਪਣੇ ਸੋ ਨਰਸਿੰਘ ਨੇ ਆਪਣੇ ਕੰਨ ਉੱਚੇ ਕਰ ਲਏ। ਗਿਰ ਕੰਦਰ ਸਮ ਬਦਨ ਪਸਾਰਾ, ਜਿਵੇਂ ਪਹਾੜ 'ਚ ਗੁਫਾ ਹੋਵੇ ਇਹੋ ਜਿਹਾ ਮੂੰਹ ਪਸਾਰ ਲਿਆ ਵੱਡਾ ਸਾਰਾ। ਪਰ ਕੁਟੇ ਕੁਟਲ ਧਨਖ ਆਕਾਰਾ, ਧਨਖ ਜਿਵੇਂ ਹੁੰਦਾ ਐਵੇਂ ਕਹਿੰਦੇ ਆਪਣੇ ਭਰਵੱਟੇ ਟੇਢੇ ਕਰ ਲਏ ਹਨ ਕ੍ਰੋਧ ਵਿੱਚ। ਕੰਠ ਰੋਮ ਕਰ ਤਰਸਤ ਘਨ ਕੋ, ਸੋ ਕਹਿੰਦੇ ਨੇ ਆਪਣੇ ਜਿਹੜੇ ਗਲ ਦੇ ਵਾਲ ਸੀ ਨਾ, ਸੋ ਇਸ ਪ੍ਰਕਾਰ ਉਸਨੇ ਜਿਹੜੇ ਝਾੜੇ ਨੇ ਤੇ ਮਾਨੋ ਕਾਲੇ ਰੰਗ ਦੇ ਵਾਲ ਜਿਵੇਂ ਇਸ ਤਰੀਕੇ ਦੇ ਨਾਲ ਘਟਾ ਚੜ ਕੇ ਆਉਂਦੀ ਆ, ਇਉਂ ਜਾਣ ਲਓ। ਸੁਰਗ ਤੇਕ ਬਿਸਤਰਿਓ ਤਨ ਕੋ, ਆਪਣੇ ਸਰੀਰ ਦਾ ਆਕਾਰ ਵੱਡਾ ਸਵਰਗ ਤੱਕ ਕਹਿੰਦੇ ਵਿਖਾ ਦਿੱਤਾ, ਐਡਾ ਭਾਰੀ ਆਪਣਾ ਸਰੂਪ ਦਿਖਾਇਆ ਇਸ ਨੂੰ। ਪੁਰ ਹੈ ਅਜੁੱਤ ਕੱਟ ਜਿਨ ਸ਼ੀਨਾ, ਤੋ ਕਹਿੰਦੇ ਨੇ ਛਾਤੀ ਬੜੀ ਚੌੜੀ ਆ ਤੇ ਲੱਕ ਬੜਾ ਪਤਲਾ ਸ਼ੇਰ ਦਾ ਹੁੰਦਾ ਹੈ। ਦੋਨੋਂ ਬਾਹੋ ਵਿਸਾਲ ਸੋ ਪੀਨਾ, ਬੜਬੜੀਆਂ ਮੋਟੀਆਂ ਅਗਲੀਆਂ ਬਾਹਾਂ ਹਨ ਇਸ ਪ੍ਰਕਾਰ ਇਸ ਦੀਆਂ। ਕੁਟਲ ਬਿਕਟ ਨਖ ਅਤਸ਼ੈ ਘੋਰਾ, ਜਿਹੜੇ ਪੰਜੇ ਨੇ ਹੱਥਾਂ ਦੇ ਇਸ ਪ੍ਰਕਾਰ ਬੜੇ ਟੇਢੇ ਤੇ ਬੜੇ ਕਰੜੇ ਜਿਹੜੇ ਨੇ ਇਹਦੀਆਂ ਨੌਂਦਰਾਂ ਹਨ। ਵਜਰ ਆਦ ਤੇ ਅਦਕ ਕਠੋਰਾ, ਕਹਿੰਦੇ ਆਪਣਾ ਇੰਦਰ ਦੇਵਤਾ ਦਾ ਵਜਰ ਕੀ ਆ, ਕਹਿੰਦੇ ਉਹਦੇ ਤੋਂ ਵੀ ਕਰੜੇ ਕਹਿੰਦੇ ਇਸ ਦੇ ਨੌ ਹਨ। ਦੇਖਤ ਭਾਜੇ ਦਾਨਵ ਸਰਬਾ, ਵੇ ਰੂਪ ਦੇਖ ਕੇ ਗਰਜ ਸੁਣ ਕਰਕੇ ਬਾਕੀ ਦੇ ਦੈਂਤ ਸਭ ਭੱਜ ਗਏ ਇਹਦੇ ਕੋਲੋਂ। ਦੈਂਤ ਰਾਜ ਗਹਿ ਗਦਾ ਸੋ ਗਰਬਾ, ਤੋਂ ਬੜਾ ਕਹਿੰਦੇ ਗਦਾ ਫੜ ਲਈ ਇਸ ਨੇ ਗੁਰਜ ਪਕੜ ਕਰਕੇ, ਬੜਾ ਹੰਕਾਰ ਦੇ ਸਹਿਤ ਖੜਾ ਹੋਇਆ ਹਰਨਾਕਸ਼। ਬਲ ਨਿਧ ਹੁਤੋ ਧਰੇ ਉਰ ਧੀਰਾ, ਇਸ ਪ੍ਰਕਾਰ ਬੜਾ ਧੀਰਜ ਕਰਕੇ ਇਸ ਪ੍ਰਕਾਰ ਖੜਾ ਹੋ ਗਿਆ। ਆਵਾ ਸਨਮੁਖ ਜੋ ਵੱਡ ਬੀਰਾ, ਤੋ ਜਿਸ ਵੇਲੇ ਵੱਡਾ ਸਾਹਮਣੇ ਬਹਾਦਰ ਬਣ ਕੇ ਆਇਆ ਹੈ ਨਰਸਿੰਘ ਦੇ। ਮਹਾ ਮਤ ਕੁੰਚਰ ਜਿਉ ਧਾਇਓ, ਕਹਿੰਦੇ ਜਿਵੇਂ ਕੋਈ ਮਹਾਨ
ਮਸਤ ਹੋਇਆ ਹਾਥੀ ਜਿਹੜਾ ਆਉਂਦਾ ਹੈ, ਤਿਉ ਸ੍ਰੀ ਨਰ ਹਰ ਕੇ ਢਿਗ ਆਇਓ। ਇਉਂ ਕਹਿੰਦੇ ਹੰਕਾਰ ਵਿੱਚ ਹੋ ਕਰਕੇ ਨਰਸਿੰਘ ਦੇ ਰੂਪ ਦੇ ਸਾਹਮਣੇ ਆ ਗਿਆ ਹੈ। ਗਹੇ ਗਦਾ ਕਰ ਜੋਰ ਪ੍ਰਹਾਰੀ। ਇਸ ਨੇ ਸਭ ਤੋਂ ਪਹਿਲਾਂ ਦੇਖੋ ਪਰਮੇਸ਼ਵਰ ਦਾ ਬਿਰਦ ਹੈ। ਸੋ ਪਹਿਲੇ ਇਹਨੂੰ ਕੁਛ ਨਹੀਂ ਕਿਹਾ, ਇਹਨੇ ਗਦਾ ਫੜ ਕਰਕੇ ਨਰਸਿੰਘ ਰੂਪ ਦੇ ਉੱਤੇ ਪਹਿਲਾ ਵਾਰ ਕੀਤਾ ਹਰਨਾਕਸ਼ ਨੇ। ਜਿਸ ਵੇਲੇ ਕਹਿੰਦੇ ਗਦਾ ਮਾਰੀ ਹੈ ਉਸਦੇ ਤਾਈ ਪੁਨ ਇਤ ਉਤ ਫਿਰ ਘਾਤ ਵਿਚਾਰੀ। ਫਿਰ ਇਧਰ ਉਧਰ ਭੱਜ ਕਰਕੇ ਦਾਲ ਆ ਕਰਕੇ ਫਿਰ ਜਿਸ ਵੇਲੇ ਦੁਬਾਰਾ ਵਾਰ ਕਰਨਾ ਚਾਹੁੰਦਾ ਹੈ ਤਾਂ ਦੁਤੀਏ ਬਾਰ ਨੇਰ ਜਬ ਕੀਨਾ। ਦੂਜਾ ਵਾਰ ਕਰਨ ਲਈ ਜਦੋਂ ਨੇੜੇ ਆਇਆ ਹੈ ਨਰਸਿੰਘ ਦੇ, ਸ੍ਰੀ ਨਰਸਿੰਘ ਤਬਹਿ ਗਹਿ ਲੀਨਾ। ਨਰਸਿੰਘ ਨੇ ਉਸੇ ਵੇਲੇ ਆਪਣੇ ਪੰਜਿਆਂ ਨਾਲ ਪਕੜ ਲਿਆ ਫਿਰ ਇਸ ਨੂੰ। ਬਿਨਾ ਪ੍ਰਯਾਸ ਗਰੜ ਇਹ ਗਹਿ। ਜਿਵੇਂ ਬਿਨਾਂ ਯਤਨ ਤੋਂ ਜਿਹੜਾ ਗਰੜ ਹੈ ਨਾ ਸੱਪ ਨੂੰ ਆਣ ਫੜਦਾ ਹੈ, ਇਉਂ ਪਕੜ ਲਿਆ ਇਸ ਨੂੰ। ਤਿਉ ਗਹਿ ਲੀਨ ਛੁੱਟਣ ਕੋ ਚਾਹੀ। ਫਿਰ ਕਹਿੰਦੇ ਜਿਹੜੇ ਪਕੜ ਲਿਆ ਇਸ ਨੂੰ ਧੌਣੋਂ, ਫਿਰ ਕਹਿੰਦੇ ਛੁੱਟਣਾ ਚਾਹੁੰਦਾ ਹੈ, ਉਸ ਵੇਲੇ ਜ਼ੋਰ ਲਾਇਆ ਇਸ ਨੇ। ਲੀਲਾ ਹੇਤ ਪ੍ਰਭੂ ਪੁੰਨ ਛੋਰਾ। ਕਹਿੰਦੇ ਨੇ ਪਰਮੇਸ਼ਵਰ ਨੇ ਲੀਲਾ ਕੌਤਕ ਕਰਨ ਵਾਸਤੇ ਇੱਕ ਵਾਰੀ ਛੱਡ ਦਿੱਤਾ। ਇਹਦੇ ਮਨ 'ਚ ਨਾ ਮਾਣ ਨਾ ਰਹਿ ਜੇ ਵੀ ਮੈਂ ਬਲੀ ਸੀ ਤੇ ਮੈਨੂੰ ਤੇ ਐਵੇਂ ਮਾਰ ਦਿੱਤਾ। ਇੱਕ ਵਾਰ ਛੱਡ ਦਿੱਤਾ ਵੀ ਹੋਰ ਜ਼ੋਰ ਲਾ ਲਾ ਜਿਹੜਾ ਲਾਉਣਾ ਤੂੰ। ਛੁੱਟ ਕਰ ਗਰਜਤ ਭਾ ਤਬ ਘੋਰਾ। ਬੜਾ ਕਹਿੰਦੇ ਭਿਆਨਕ ਗੱਜਿਆ, ਫਿਰ ਬੜਾ ਕ੍ਰੋਧ ਵਿੱਚ ਜਿੰਨਾ ਕੁ ਬਲ ਸੀ ਇਹਨੇ ਲਾਇਆ। ਫਿਰ ਹਾਹਾਕਾਰ ਦੇਵ ਸਭ ਕਰਹੀ। ਤੋ ਸਾਰੇ ਦੇਵਤੇ ਜਿਹੜੇ ਨਾ ਉਹਨਾਂ ਨੇ ਹਾਹਾਕਾਰ ਮਚਾ ਦਿੱਤੀ ਆ ਵੀ ਇਹ ਕੀ ਬਣ ਲੱਗਾ ਭਗਵਾਨ ਦੇ ਨਾਲ। ਘਨ ਪਟ ਕਰ ਦੇਖੇ ਉਰ ਡਰਹੀ। ਇਸ ਪ੍ਰਕਾਰ ਕਹਿੰਦੇ ਨੇ ਬੱਦਲਾਂ ਦਾ ਪਰਦਾ ਕਰਕੇ ਦੇਵਤੇ ਵੇਖਦੇ ਨੇ ਵੀ ਕੀ ਭਗਵਾਨ ਨਾਲ ਹੋਣ ਲੱਗਾ, ਇਉਂ ਦੇਖਦੇ ਹਨ। ਪ੍ਰਭ ਕੇ ਬਲ ਮੈਂ ਸ਼ੰਕਾ ਮਨ ਹੈ। ਇਹ ਦੇਵਤਿਆਂ ਨੂੰ ਸ਼ੰਕਾ ਹੋ ਗਈ ਵੀ ਸਾਡਾ ਸ਼ਾਇਦ ਨਰਸਿੰਘ ਭਗਵਾਨ ਕਮਜ਼ੋਰ ਆ ਤੇ ਜਿਹੜਾ ਐਡਾ ਗੱਜਦਾ ਇਹ ਸ਼ਾਇਦ ਇਹ ਜਿਹੜਾ ਹਰਨਾਕਸ਼ ਵੀ ਬਲੀ ਬਹੁਤ ਹੈ। ਹਿਰਨਾਕਸ਼ਪ ਕੋ ਬਲੀ ਪਛਾਨ ਹੈ। ਜਾਣਦੇ ਨੇ ਹਰਨਕਸ਼ ਜਿਹੜਾ ਇਹ ਪ੍ਰਕਾਰ ਬਲੀ ਹੈ ਬਹੁਤ। ਇਹ ਖਗਪਤ ਜਿਉ ਖੇਲਨ ਹੇਤਾ। ਤਾਂ ਕਹਿੰਦੇ ਜਿਸ ਤਰੀਕੇ ਨਾਲ ਨਾ ਜਿਹੜਾ ਸੱਪ ਹੈ ਨਾ ਉਸ ਨੂੰ ਗਰੜ ਜਿਹੜਾ ਖੇਲਣ ਵਾਸਤੇ ਛੱਡ ਦਿੰਦਾ ਪਕੜ ਕਰਕੇ ਵੀ ਇਹ ਕਰ ਹੀ ਲਵੇ ਜੋ ਕਰਨਾ ਹੈ। ਲਖਤ ਨਾ ਕਰਹੀ ਕਿਰਪਾ ਨਕੇਤਾ। ਇਹ ਕਿਰਪਾ ਦਾ ਖਜ਼ਾਨਾ ਪਰਮੇਸ਼ਰ ਜੋ ਵਾਹਿਗੁਰੂ ਪਰਮੇਸ਼ਵਰ ਹੈ ਉਹਨੂੰ ਨਹੀਂ ਜਾਣਦੇ, ਇਉਂ ਜਾਣਦੇ ਹਨ ਇਹ ਦੇਵਤੇ। ਪੁੰਨ ਦਨ ਜੇਸ ਲੈ ਅਸ ਢਾਲਾ। ਫਿਰ ਕਹਿੰਦੇ ਢਾਲ ਤਲਵਾਰ ਲੈ ਕਰਕੇ ਆ ਗਿਆ ਇਹ ਜਿਹੜਾ ਸੀ ਹਰਨਾਕਸ਼। ਆਇਓ ਪ੍ਰਭ ਸਮੀਪ ਤਤਕਾਲਾ। ਝੱਟ ਜਿਹਾ ਕਹਿੰਦੇ ਪਰਮੇਸ਼ਵਰ ਦੇ ਨਰਸਿੰਘ ਦੇ ਰੂਪ ਦੇ ਸਾਹਮਣੇ ਆਇਆ ਤਾਂ ਸ੍ਰੀ ਨਰਸਿੰਘ ਗਰਜ ਧੁਨ ਘੋਰਾ। ਫਿਰ ਕਹਿੰਦੇ ਨਰਸਿੰਘ ਨੇ ਫਿਰ ਗੱਜਿਆ ਹੈ, ਭਾਰੀ ਭਿਆਨਕ ਧੁਨ ਗੱਜੇ ਹਨ, ਦਹਾੜ ਮਾਰੀ ਐ। ਦਾਰਣ ਕੀਏ ਚੂਹੂ ਔਰ ਕਠੋਰਾ। ਪਰ ਚਾਰ ਚਫੇਰੇ ਬੜਾ ਭਾਰੀ ਭਿਆਨਕ ਕਹਿੰਦੇ ਆਵਾਜ਼ ਕਰਕੇ ਬੜਾ ਕਰੜਾ ਜਿਹਨੇ ਬੋਲ ਕੀਤਾ। ਦੌਰ ਗਹਿਓ ਦਨ ਜਿਸ ਹੈ ਐਸੇ। ਤਾਂ ਕਹਿੰਦੇ ਨੇ ਫਿਰ ਗਰਜ ਕਰਕੇ ਕਹਿੰਦੇ ਇਉਂ ਪਕੜਿਆ ਫਿਰ ਜਾ ਕੇ ਹਰਨਾਕਸ਼ ਨੂੰ। ਇਹ ਗਹਿ ਲੇਤ ਮੈਂਡ ਕੇ ਜੈਸੇ। ਜਿਸ ਤਰ੍ਹਾਂ ਕਹਿੰਦੇ ਨੇ ਸੱਪ ਨਾ ਸੋ ਇੱਕੋ ਵਾਰੀ ਝਪਟ ਮਾਰ ਕੇ ਡੱਡੂ ਨੂੰ ਫੜ ਲੈਂਦਾ, ਇਉਂ ਪਕੜ ਲਿਆ ਫਿਰ ਇਸਦੇ ਤਾਈ। ਫਰ ਫਰਾਤ ਭਾਜਨ ਇਤ ਉਤ ਕੋ। ਭੱਜਣ ਵਾਸਤੇ ਫਰਫਰਾਉਂਦਾ ਹੱਥ ਪੈਰ ਮਾਰਦਾ, ਹੁਣ ਕਿੱਥੇ ਛੁੱਟਣਾ ਤੂੰ। ਡਿੱਡ ਗਹਿ ਲੀਏ ਨਾ ਜਾਣ ਦੀਏ ਕਿਤ ਕੋ। ਪਰ ਐਸਾ ਪੰਜਾ ਪਾਇਆ ਫਿਰ ਕਿੱਥੇ ਜਾਣ ਦੇਣਾ ਸੀ, ਛੱਡਿਆ ਨਹੀਂ ਫਿਰ ਮੁੜ ਕੇ। ਤੇ ਸਨ ਸਭਾ ਦਵਾਰ ਕੇ ਥਾਨਾ। ਉਹ ਕਹਿੰਦੇ ਇਸ ਦੀ ਸਭਾ ਦਾ ਦਵਾਰ ਜਿਹੜਾ ਦਰਵਾਜ਼ਾ ਸੀ ਉਹਦੇ ਥਾਂ ਤੇ ਲੈ ਆਂਦਾ ਇਸ ਨੂੰ। ਧਾਰ ਊਰ ਪਰ ਸ੍ਰੀ ਭਗਵਾਨਾ। ਭਗਵਾਨ ਨੇ ਫਿਰ ਆਪਣੇ ਪੱਟਾਂ ਤੇ ਰੱਖ ਲਿਆ ਇਸ ਨੂੰ। ਜਿਹੜਾ ਇਹਦਾ ਦਰਬਾਰ ਸੀ ਨਾ ਮਲਤਾਨ ਦੇ ਵਿੱਚ ਇਸ ਦਾ ਰਾਜਧਾਨੀ, ਉੱਥੇ ਕਹਿੰਦੇ ਹਰਨਾਕਸ਼ ਨੂੰ ਫਿਰ ਫੜ ਕਰਕੇ ਇਸ ਪ੍ਰਕਾਰ ਤਾਂ ਕਹਿੰਦੇ ਨੇ ਆਪਣੇ ਪੱਟਾਂ ਤੇ ਰੱਖ ਲਿਆ ਇਸ ਨੂੰ। ਤੂਰਨ ਨਖਸੋਂ ਉਦਰ ਬਿਦਾਰਾ। ਝੱਟ ਕਹਿੰਦੇ ਆਪਣੇ ਪੰਜੇ ਮਾਰ ਕੇ ਦੋਨਾਂ ਹੱਥਾਂ ਦੀ ਨੌਂਦਰਾਂ ਨਾਲ ਪੇਟ ਪਾੜਿਆ ਇਹਦਾ ਪਹਿਲਾਂ। ਮਹਾਬਲੀ ਇੱਕ ਛਿਨ ਮੈਂ ਮਾਰਾ। ਵੱਡਾ ਬਲੀ ਬਣਿਆ ਫਿਰਦਾ ਸੀ, ਕਹਿੰਦੇ ਬੜੇ ਭਾਰੀ ਬ੍ਰਹਮਾ ਦੇ ਵਰ ਲਏ ਸੀ, ਇੱਕ ਛਿਨ ਵਿੱਚ ਫੜ ਕੇ ਮਾਰਤਾ ਰੱਬ ਨੇ। ਨਹਿ ਅੰਤਰ ਨਹਿ ਬਾਹਰ ਕੀਨਾ। ਤੇ ਦਰਵਾਜ਼ੇ ਦੇ ਵਿੱਚ ਨਾ ਅੰਦਰ ਤੇ ਨਾ ਬਾਹਰ, ਇਹਦੇ ਵਰ ਵੀ ਪੂਰੇ ਕਰਨੇ ਸੀ, ਨਾ ਅੰਦਰ ਤੇ ਨਾ ਬਾਹਰ, ਦਰਵਾਜ਼ੇ ਦੇ ਵਿਚਾਲੇ ਰੱਖ ਲਿਆ। ਦਿਓਸ ਨਾ ਨਿਸਾ ਜਬਹਿ ਹਨ ਦੀਨਾ। ਕਹਿੰਦੇ ਜਦੋਂ ਮਾਰਿਆ ਸੂਰਜ ਛਿਪ ਰਿਹਾ ਸੀ, ਨਾ ਦਿਨ ਸੀ ਤੇ ਨਾ ਰਾਤ ਸੀ। ਨਹਿ ਧਰਨੀ ਨਹਿ ਅੰਬਰ ਮਾਹੀ। ਨਾ ਆਕਾਸ਼ ਵਿੱਚ ਨਾ ਧਰਤੀ ਤੇ, ਪੱਟਾਂ ਤੇ ਰੱਖ ਲਿਆ ਸੀ ਇਸ ਨੂੰ। ਜੇਤ ਮ੍ਰਿਤਕ ਦੋ ਬਿਦ ਨਖ ਮਾਹੀ। ਤੋ ਕਹਿੰਦੇ ਜਿਹੜੇ ਨੌ ਨੇ ਨਾ ਇਹ ਜਿਉਂਦਿਆਂ ਚ ਤੇ ਨਾ ਮਰਿਆ ਚ ਨੇ। ਕਹਿੰਦਾ ਸੀ ਨਾ ਕੋਈ ਸ਼ਸਤਰ ਨਾ ਕੋਈ ਜਿਉਂਦੀ ਚੀਜ਼ ਮੈਨੂੰ ਨਾ ਮਾਰੇ। ਕਹਿੰਦੇ ਜਿਹੜੇ ਨੌ ਨੇ ਹੁਣ ਨੌਵਾਂ ਦਾ ਹਥਿਆਰ ਜਿਹੜਾ ਨਾ ਕਹਿੰਦੇ ਨੇ ਇਹ ਨਾ ਜਿਉਂਦੇ ਆ ਤੇ ਨਾ ਮਰੇ ਆ। ਕਿਉਂਕਿ ਮਰੇ ਇਸ ਕਰਕੇ ਨੇ ਵੀ ਅਸੀਂ ਨੌ ਜਿਹੜੇ ਵਧੇ ਹੋਏ ਇਹਨਾਂ ਨੂੰ ਕੱਟਦੇ ਆ ਤੇ ਕੋਈ ਦੁੱਖ ਨਹੀਂ ਲੱਗਦਾ। ਜਿਉਂਦੇ ਇਸ ਵਾਸਤੇ ਆ ਵੀ ਵੱਧਦੇ ਨੇ, ਜਿਹੜੀ ਚੀਜ਼ ਵੱਧਦੀ ਆ ਉਹ ਜਿਉਂਦੀ ਵੀ ਹੈ। ਕਹਿੰਦੇ ਇਸ ਵਾਸਤੇ ਸੋ ਪਰਮੇਸ਼ਵਰ ਨੇ ਆਪਣਾ ਰਾਹ ਰੱਖਿਆ ਹੋਇਆ ਸੀ, ਉਹ ਵੀ ਵਰ ਪੂਰਾ ਕੀਤਾ ਇਸ ਦਾ। ਬਿਦ ਕੀ ਰਚਨਾ ਜਨਮ ਨਾ ਲੀਨਾ। ਤੇ ਇਸ ਪ੍ਰਕਾਰ ਕਹਿੰਦੇ ਇਹਨੇ ਕਿਹਾ ਸੀ ਬ੍ਰਹਮਾ ਨੂੰ ਕਿਹਾ ਵੀ ਜਿਹੜੀ ਤੇਰੀ ਰਚਨਾ ਜਿੰਨੀ ਤੂੰ ਸ੍ਰਿਸ਼ਟੀ ਰਚੀ ਆ ਉਹਦੇ ਵਿੱਚੋਂ ਕੋਈ ਮੈਨੂੰ ਮਾਰੇ ਨਾ।
ਤੇ ਕਹਿੰਦੇ ਹੁਣ ਇਹ ਨਰਸਿੰਘ ਨੇ ਕਹਿੰਦੇ ਬ੍ਰਹਮਾ ਦੀ ਸ੍ਰਿਸ਼ਟੀ ਵਿੱਚ ਤੇ ਉਹਨਾਂ ਦਾ ਅਵਤਾਰ ਹੋਇਆ ਨਹੀਂ, ਇਹਨਾਂ ਨੇ ਆਪਣੇ ਅਵਤਾਰ ਧਾਰਨ ਕੀਤਾ ਹੈ। ਸਿਲਾ ਥੰਬ ਤੇ ਨਿਕਸ ਪਰਬੀਨਾ, ਤੇ ਕਹਿੰਦੇ ਨੇ ਇਹ ਐਸਾ ਨਰਸਿੰਘ ਦਾ ਰੂਪ ਜਿਹੜਾ ਹੈ ਸੋ ਥੰਬ ਦੇ ਵਿੱਚੋਂ ਕਹਿੰਦੇ ਪ੍ਰਗਟ ਹੋਏ ਨੇ। ਕਰੇ ਸਾਚ ਸਭ ਬਚਨ ਵਿਧਾਤਾ, ਵਿਧਾਤਾ ਦੇ ਜਿਹਨੇ ਬ੍ਰਹਮਾ ਦੇ ਵਰ ਵੀ ਪੂਰੇ ਕਰ ਦਿੱਤੇ ਤੇ ਮਾਰ ਵੀ ਦਿੱਤਾ ਇਸ ਨੂੰ। ਦਾਨਵ ਹਨਿਓ ਭਗਤ ਦੁਖ ਦਾਤਾ, ਜਿਹੜਾ ਭਗਤਾਂ ਨੂੰ ਦੁੱਖ ਦੇਣ ਵਾਲਾ ਸੀ ਦਾਨਵ ਕਹਿੰਦੇ ਇਸ ਪ੍ਰਕਾਰ ਦੈਂਤ ਨੂੰ ਮਾਰ ਦਿੱਤਾ। ਉਦਰ ਬਿਦਾਰਿਓ ਕ੍ਰੋਧ ਅਪਾਰਾ, ਫਿਰ ਇਸ ਦਾ ਪੇਟ ਪਾੜ ਕਰਕੇ ਬੜਾ ਭਾਰੀ ਕ੍ਰੋਧ ਵਿੱਚ ਹੋਏ ਨਰਸਿੰਘ ਰੂਪ ਜੀ। ਕਾਲ ਭਿਆਨ ਜਿਮ ਬਦਨ ਪਸਾਰਾ, ਭਿਆਨਕ ਕਾਲ ਦਾ ਰੂਪ ਬਣਾ ਕਰਕੇ ਇਹਨਾਂ ਨੇ ਨਰਸਿੰਘ ਨੇ ਆਪਣਾ ਰੂਪ ਜਿਹੜਾ ਸੀ ਸੋ ਮੂੰਹ ਪਸਾਰਿਆ। ਇਸ ਤਰੀਕੇ ਦੇ ਨਾਲ ਸੋ ਇਸ ਹਰਨਾਕਸ਼ ਦਾ ਵਿਨਾਸ਼ ਕੀਤਾ ਹੈ ਨਰਸਿੰਘ ਰੂਪ ਧਾਰਨ ਕਰਕੇ। ਸੋ ਪ੍ਰਹਲਾਦ ਦੇ ਮੁਖ ਤੋਂ ਇਹ ਕਥਾ ਉਚਾਰਨ ਕਰਕੇ ਦੱਸੀ ਜਾ ਰਹੀ ਹੈ। ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਸਭ ਸ਼ਕਤੀਮਾਨ ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣ। ਪਰਮੇਸ਼ਵਰ ਦੀ ਭਗਤੀ ਨਾਮ ਦੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ, ਜਿਹਦੇ ਸਦਕੇ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ, ਯਹੋਵਾ ਸਾਹਿਬ ਸੇ ਮੇਲ ਦੀ ਦਾਤ ਪ੍ਰਾਪਤ ਹੋਵੇ। ਕਰੇ ਸਾਚ ਸਭ ਬਚਨ ਵਿਧਾਤਾ, ਦਾਨਵ ਹਨਿਓ ਭਗਤ ਦੁਖ ਦਾਤਾ, ਉਦਰ ਬਿਦਾਰਿਓ ਕ੍ਰੋਧ ਅਪਾਰਾ, ਕਾਲ ਭਿਆਨ ਜਿਮ ਬਦਨ ਪਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।